देख रहे हो सांझा टीवी। मैं हूं तुहाडे नाल अर्शदीप। 15 अक्तूबर कुछ घंटे बाकी है, बहुत अहम दिन है खास करके सरी दे लई, क्योंकि सरी दे विच मेयर नूं चुनना, तुसीं काउंसल नूं चुनना, ट्रस्टीज़ नूं चुनना। ते जदों साडी कम्यूनिटी दी गल आउंदी है तां बहुत ज़्यादा कम्यूनिटी दे लोग इत्थे रहिंदे ने। सिर्फ ते सिर्फ एक कम्यूनिटी नहीं, डाइवर्स एक सिटी है जिहड़ी दिनों दिन ग्रो कर रही है। हुण इस दी वागडोर तुसीं किहदे हत्थ फड़ाउणी है? असीं जदों ही हिस्टरी ते नज़र मारदे हां तां इत्थे वोटर टर्नआउट बहुत घੱਟ ਹੁੰਦਾ ਹੈ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿਸੇ ਵੀ ਕੈਂਡੀਡੇਟ ਨੂੰ ਵੋਟ ਪਾਓ, ਪਰ ਪਾ ਕੇ ਜ਼ਰੂਰ ਆਓ। ਜਦੋਂ ਅਸੀਂ ਵੋਟ ਪਾਉਂਦੇ ਹਾਂ ਤਾਂ ਸਾਡੇ ਵੋਟ ਪਾਉਣ ਦੇ ਅਧਿਕਾਰ ਦੀ ਗੱਲ ਆਉਂਦੀ ਹੈ ਤੇ ਸਾਨੂੰ ਜਿਹੜਾ ਮਸਾਂ ਮਿਲਿਆ ਸੋ ਉਸ ਦੀ ਵਰਤੋਂ ਜ਼ਰੂਰ ਕਰੋ। ਕੱਲ ਨੂੰ ਇਹ ਨਾ ਕਹੋ ਕਿ ਇਹ ਸਰੀ ਨੂੰ ਕਿਹੜਾ ਮੇਅਰ ਮਿਲ ਗਿਆ, ਅਸੀਂ ਤਾਂ ਚਾਹੁੰਦੇ ਨਹੀਂ ਸੀ। ਸੇ ਜੇ ਚਾਹੁੰਦੇ ਆ ਕਿ ਤੁਹਾਡੀ ਮਰਜ਼ੀ ਦਾ ਮੇਅਰ ਆਵੇ, ਤੁਹਾਡੀ ਮਰਜ਼ੀ ਦੀ ਕਾਉਂਸਲ ਆਵੇ ਤਾਂ ਵੋਟ ਪਾਉਣ ਜ਼ਰੂਰ ਨਿਕਲਿਓ। ਤੇ ਅੱਜ ਗੱਲਬਾਤ ਕਰਾਂਗੇ ਇੱਕ ਮੇਅਰ ਕੈਂਡੀਡੇਟ ਦੇ ਨਾਲ। ਤੁਸੀਂ ਬਾਖੂਬੀ ਜਾਣਦੇ ਆ ਇਹਨਾਂ ਨੂੰ, ਇਹ ਐਮਪੀ ਦੇ ਤੌਰ ਦੇ ਉੱਤੇ ਲੰਮੇ ਸਮੇਂ ਤੋਂ ਵਿਚਰ ਰਹੇ ਨੇ, ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ ਤੇ ਹੁਣ ਇਹਨਾਂ ਨੇ ਸੋਚਿਆ ਕਿ ਮੇਅਰ ਦੇ ਤੌਰ ਦੇ ਉੱਤੇ ਲੜਿਆ ਜਾਵੇ। ਜੇ ਜਿੱਤਦੇ ਨੇ ਤਾਂ ਕਿਹੜੇ ਕੰਮ ਕਰਨਗੇ, ਨਹੀਂ ਜਿੱਤਦੇ ਤਾਂ ਕੀ ਹੋਰ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਜਾਂ ਫਿਰ ਕੰਪੀਟੀਸ਼ਨ ਦੀ ਜਦੋਂ ਗੱਲ ਕਰਦੇ ਆ ਜਾਂ ਸੁਧਾਰਾਂ ਦੀ ਗੱਲ ਕਰਦੇ ਆ, ਕਿਸ ਤਰ੍ਹਾਂ ਦੇ ਸੁਧਾਰ ਇਹ ਲਿਆਉਣਾ ਚਾਹੁੰਦੇ ਨੇ, ਸਿਟੀ ਦੇ ਵਿੱਚ ਲਿਆਉਣਾ ਚਾਹੁੰਦੇ ਨੇ। ਤੇ ਕੁਝ ਘੰਟੇ ਰਹਿ ਗਏ ਨੇ, ਪੁੱਛਦੇ ਆ ਕੀ ਹੋ ਰਿਹਾ, ਕੀ ਇਹ ਅੱਜ ਦੇਖ ਰਹੇ ਨੇ, ਇਹਨਾਂ ਦੀ ਨਜ਼ਰ ਦੇ ਵਿੱਚ ਕੀ ਕੁਝ ਚੱਲ ਰਿਹਾ। ਤੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਮਿਸਟਰ ਸੁਖ ਧਾਲੀਵਾਲ। ਸਵਾਗਤ ਕਰਦੇ ਹਾਂ ਧਾਲੀਵਾਲ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਤੁਹਾਨੂੰ ਔਰ ਸਾਂਝਾ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧਾਲੀਵਾਲ ਸਾਹਿਬ, ਪਹਿਲਾਂ ਤਾਂ ਤੁਸੀਂ ਸੱਚਮੁੱਚ ਵਧਾਈ ਦੇ ਪਾਤਰ ਆ, ਤੁਸੀਂ ਮੇਅਰ ਦੇ ਲਈ ਇਲੈਕਸ਼ਨ ਰਨ ਕਰ ਰਹੇ ਆ। ਪਰ ਹੁਣ ਜਿਵੇਂ ਅਸੀਂ ਕਹਿੰਦੇ ਆ ਕਿ ਬਹੁਤ ਘੱਟ ਘੰਟੇ ਰਹਿ ਗਏ ਨੇ, ਬਹੁਤ ਥੋੜਾ ਸਮਾਂ ਰਹਿ ਗਿਆ ਕਿ ਡਿਸਾਈਡ ਹੋ ਜਾਣਾ ਹੈ ਕਿ ਸਰੀ ਦੇ ਵਿੱਚ ਮੇਅਰ ਕੌਣ ਆਉਂਦਾ। ਤੇ ਹੁਣ ਗੱਲ ਆਉਂਦੀ ਹੈ ਕੰਪੀਟੀਸ਼ਨ ਦੀ। ਤੁਸੀਂ ਖੁਦ ਦਾ ਕੰਪੀਟੀਸ਼ਨ ਕਿਹਦੇ ਨਾਲ ਦੇਖਦੇ ਆ? ਦੇਖੋ, ਇਸ ਵੇਲੇ ਜਿਹੜੇ ਹਰ ਪੋਲ ਹੈਗਾ, ਹਰ ਜਿਹੜੀ ਕਿਆਸ ਰਾਈਆਂ ਨੇ ਉਹ ਇਹ ਨੇ ਬ੍ਰੈਂਡਾ ਲੌਕ ਤੇ ਵਰਸਸ ਸੁਖ ਧਾਲੀਵਾਲ ਜਿਹੜਾ ਇਹ ਚੱਲ ਰਿਹਾ ਹੈਗਾ। ਜੀ, ਤੁਸੀਂ ਜਿਵੇਂ ਕਿਹਾ ਕਿ ਬ੍ਰੈਂਡਾ ਲੌਕ ਤੇ ਸੁਖ ਧਾਲੀਵਾਲ ਦਾ ਜਿਹੜਾ ਕੰਪੀਟੀਸ਼ਨ ਚੱਲ ਰਿਹਾ, ਪਰ ਜਦੋਂ ਅਸੀਂ ਪਿਛਲੀਆਂ ਇਲੈਕਸ਼ਨ ਦਾ ਉਦੋਂ ਪਹਿਲੀਆਂ ਇਲੈਕਸ਼ਨ ਦੀ ਗੱਲ ਕਰਦੇ ਹਾਂ, ਪਿਛਲੀ ਵਾਰ ਵੀ ਇਹ ਸੀ ਕਿ ਇੱਕ ਪਰਸਨ ਜਿਹੜਾ ਕਿ ਆਪਣੀ ਕਮਿਊਨਿਟੀ ਜਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰ ਲਈ ਤੇ ਉਹ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਅਸਾਰ ਹੁੰਦੇ ਆ ਕਿ ਸਰੀ ਦੇ ਲੋਕ ਉਹਨਾਂ ਨੂੰ ਮੇਅਰ ਦੀ ਸੀਟ ਦੇ ਉੱਤੇ ਬਿਠਾਉਂਦੇ ਆ। ਕਿ ਇਸ ਵਾਰ ਹਿਸਟਰੀ ਚੇਂਜ ਹੋਊਗੀ? ਦੇਖੋ, ਹਿਸਟਰੀ ਜਿਹੜੀ ਆ ਉਹ ਕਮਿਊਨਿਟੀ ਨੇ ਔਰ ਸਰੀ ਦੇ ਲੋਕਾਂ ਨੇ ਜਿਹੜੀ ਆ ਉਹ ਰਚਨੀ ਹੈ। ਜਿੱਥੇ ਮੈਂ ਉਹ ਹਿਸਟਰੀ ਦਾ ਪਾਰਟ ਕਹਿ ਲਓ ਬਈ ਸਿੱਖ ਜਿਹੜੀ ਘਰਾਣੇ 'ਚ ਪੈਦਾ ਹੋ ਕੇ ਸਿੱਖੀ 'ਚ ਵਿਸ਼ਵਾਸ ਰੱਖ ਕੇ ਸਾਊਥ ਏਸ਼ੀਅਨ ਰੀਜਨ ਦਾ ਕੈਂਡੀਡੇਟ, ਪਰ ਮੈਂ ਇੱਕ ਚੀਜ਼ ਦੱਸਦਾ ਅਰਸ਼ਦੀਪ, ਪਰ ਮੈਂ ਜਿਹੜੀ ਮੇਰੀ ਜੌਬ ਹੈਗੀ ਜਾਂ ਡਿਊਟੀ ਹੈਗੀ ਆ ਉਹ ਸਾਰੀ ਮੇਨ ਸਟ੍ਰੀਮ ਵੀ ਕਮਿਊਨਿਟੀ ਜਿਹੜੀ ਹੈਗੀ ਆਲ ਜਿਹੜੇ ਸਰੀ ਦੇ ਰੈਜ਼ੀਡੈਂਟ ਉਹਨਾਂ ਨੂੰ ਰਿਪਰੈਜ਼ੈਂਟ ਕਰਨੀ। ਜਦੋਂ ਹੁਣ ਪਹਿਲੀ ਵਾਰ 2006 ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਚੁਣਿਆ ਸੀ, ਉਸ ਵੇਲੇ ਆਪਣੀ ਕੰਸਟੀਚੁਐਂਸੀ ਦੇ ਵਿੱਚ ਸਿਰਫ 18% ਆਬਾਦੀ ਜਿਹੜੀ ਸੀ ਉਹ ਸਾਊਥ ਏਸ਼ੀਅਨ ਦੀ ਸੀ, 82% ਜਿਹੜੇ ਸੀ ਉਹ ਮੇਨ ਸਟ੍ਰੀਮ ਕਮਿਊਨਿਟੀ ਸੀ। ਫਿਰ ਵੀ ਲੋਕਾਂ ਨੇ ਜਿਹੜਾ ਸੀਗਾ ਉਹ ਸੁਖ ਧਾਲੀਵਾਲ ਨੂੰ ਉਸ ਵੇਲੇ ਪਹਿਲੀ ਵਾਰ ਜਦੋਂ ਮੈਂਬਰ ਆਫ ਪਾਰਲੀਮੈਂਟ ਬਣਿਆ ਨਿਊਟਨ ਨਾਰਥ ਐਲਡਾ 'ਚੋਂ ਤਾਂ ਚੁਣਿਆ ਸੀ। ਅਤੇ ਮੈਂ ਇਹੀ ਕਹਿਣਾ ਵੀ ਮਹੱਤਤਾ ਬਹੁਤ ਆ, ਇਕੱਲਾ ਇਹ ਨਹੀਂ ਵੀ ਹਿਸਟਰੀ ਕਾਇਮ ਕਰਨ ਦੀ ਗੱਲ ਕਰਦੇ। ਜਦੋਂ ਅੱਜ ਦੇਖਦੇ ਸਾਡੇ ਬੱਚਿਆਂ ਦਾ ਭਵਿੱਖ, ਬਜ਼ੁਰਗਾਂ ਲਈ ਸਹੂਲਤਾਂ ਦੀ ਗੱਲ ਕਰ ਲਈਏ ਔਰ ਸਾਡੇ ਜਿਹੜੇ ਅੱਜ ਸਰੀ ਦੇ ਵਿੱਚ ਅਸੀਂ ਪਿਛੜ ਰਹੇ ਹਾਂ, ਜੇ ਉਸ ਵਿੱਚ ਚੰਗਾ ਸੁਧਾਰ ਲੈ ਕੇ ਆਉਣਾ ਤਾਂ ਅੱਜ ਲੋੜ ਹੈਗੀ ਹੈ ਚੇਂਜ ਦੀ। ਲੋਕਾਂ ਨੂੰ ਇਹ ਤਾਂ ਸਮਝ ਆ ਗਿਆ ਕਿ ਬਦਲ ਦੀ ਲੋੜ, ਕਿਉਂਕਿ ਦੇਖ ਰਹੇ ਹਾਂ ਹਰ ਪੋਲ, ਹਰ ਜਿਹੜਾ ਜਦੋਂ ਬਾਹਰ ਜਾਂਦੇ ਹਾਂ ਉਹਦੇ ਵਿੱਚ ਇਹ ਤਾਂ ਕਲੀਅਰ ਹੋ ਚੁੱਕਿਆ ਵੀ ਲੋਕ ਬਦਲ ਚਾਹੁੰਦੇ ਨੇ। ਪਰ ਉਹ ਬਦਲ ਕੌਣ ਆ ਔਰ ਕਿਉਂ ਹੋਣਾ ਚਾਹੀਦਾ, ਉਹਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਦੇਖੋ, ਜਿੱਥੇ ਤਾਈਂ ਪ੍ਰੋਫੈਸ਼ਨਲ ਇੰਜੀਨੀਅਰ ਵੀ ਹਾਂ, ਲੈਂਡ ਸਰਵੇਅਰ ਵੀ ਹਾਂ, ਕੰਸਟਰਕਸ਼ਨ ਰਿਲੇਟਡ ਫੀਲਡ ਦੇ ਵਿੱਚ ਪਲੈਨਿੰਗ ਦੇ ਕੋਰਸ ਵੀ ਲਏ ਹੋਏ, ਔਰ ਨਾਲ ਹੀ ਜਿਹੜਾ ਹੈਗਾ 5 ਟਾਈਮ ਮੈਂਬਰ ਆਫ ਪਾਰਲੀਮੈਂਟ ਵੀ ਹਾਂ, ਠੀਕ ਹੈ ਨਾ। ਜਿੱਥੇ ਪ੍ਰੋਫੈਸ਼ਨਲ ਐਕਸਪੀਰੀਅੰਸ ਦੀ ਗੱਲ ਆਉਂਦੀ, ਪੋਲੀਟੀਕਲ ਐਕਸਪੀਰੀਅੰਸ ਦੀ ਗੱਲ ਆਉਂਦੀ, ਉਹ ਜਿਹੜਾ ਵਾ ਉਹ ਵੀ ਅਨਪੈਰਲਡ ਹੈਗਾ ਦੂਜਿਆਂ ਦੇ ਨਾਲ ਕੰਪੇਅਰ ਕਰ ਲਈਏ। ਔਰ ਨਾਲ ਜਿਹੜਾ ਹੈਗਾ ਐਕਸੈਸੀਬਿਲਿਟੀ ਵੱਡਾ ਇਸ਼ੂ ਆ। ਅੱਜ ਜਿਹੜੀ ਐਕਸੈਸੀਬਿਲਿਟੀ ਹੈਗੀ ਅਰਸ਼ਦੀਪ, ਉਹ ਸਿਰਫ ਤੇ ਸਿਰਫ ਜਿਹੜੀ ਹੈਗੀ ਆ ਉਹ ਇੱਕ ਭੂਮੀ ਮਾਫੀਆ ਜਿਹੜਾ ਹੈਗਾ ਉਹ ਕੰਟਰੋਲ ਕਰ ਰਿਹਾ, ਜਿਹਦੀ ਕਠਪੁਤਲੀ ਬਣ ਕੇ ਮੇਅਰ ਤੇ ਕੌਂਸਲ ਬੈਠੇ ਹੈਗੇ। ਪਰ ਮੈਂ ਇਹ ਚਾਹੁੰਦਾ ਸੀ ਜਦੋਂ ਕੁੱਦੇ ਸੀ ਤਾਂ ਇਹੀ ਇੱਕ ਵੱਡਾ ਕਾਰਨ ਸੀ ਵੀ ਇਹਨਾਂ ਕੋਲੋਂ ਸਿਟੀ ਹਾਲ ਨੂੰ ਆਜ਼ਾਦ ਕਰਾ ਕੇ ਆਮ ਸਧਾਰਨ ਬੰਦੇ ਦੀ ਆਵਾਜ਼ ਜਿਹੜੀ ਆ ਉਹ ਉੱਥੇ ਪਹੁੰਚੇ। ਉਹਦੇ ਵਿੱਚ ਮੇਰਾ ਤਜਰਬਾ ਜਿਹੜਾ ਸਾਰੇ ਜਾਣਦੇ ਆ ਵੀ ਸਾਡੇ ਕੋਲ ਸੁਖ ਧਾਲੀਵਾਲ ਕੋ ਬੀਇੰਗ ਮੈਂਬਰ ਆਫ ਪਾਰਲੀਮੈਂਟ ਕੋਈ ਵੀ ਇਨਸਾਨ ਚੱਲ ਕੇ ਆਇਆ, ਚਾਹੇ ਉਹਨਾਂ ਨੇ ਸਾਡੀ ਸਪੋਰਟ ਕੀਤੀ ਨਹੀਂ ਕੀਤੀ, ਕੰਸਟੀਚੁਐਂਸੀ ਰਹਿੰਦੇ ਨਹੀਂ ਰਹਿੰਦੇ, ਹਰ ਇੱਕ ਨੂੰ ਅਸੀਂ ਜਿਹੜਾ ਸੀ ਗਾਲ ਬੱਕੜੀ ਪਾਈ ਆ ਔਰ ਹਰ ਇੱਕ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।
ਆਮ ਸਧਾਰਨ ਇਨਸਾਨ ਸਾਡੇ ਤਾਈਂ ਮੇਰੇ ਤਾਈਂ ਅਪਰੋਚ ਕਰ ਸਕਦਾ। ਇਹੀ ਚੀਜ਼ ਮੈਂ ਚਾਹੁੰਦਾ ਵੀ ਸਿਟੀ ਹਾਲ 'ਚ ਵੀ ਹੋਵੇ। ਅੱਜ ਸਧਾਰਨ ਬੰਦੇ ਦਾ ਤਾਂ ਕਜੂੰਬਰ ਨਿਕਲਿਆ ਪਿਆ। ਜੇ ਉਹ ਚਾਹੁੰਦੇ ਨੇ, ਚਾਹੇ ਉਹਨਾਂ ਦੀ ਅੱਜ ਬਿਲਡਿੰਗ ਪਰਮਿਟਸ ਦੀ ਗੱਲ ਕਰ ਲਓ, ਚਾਹੇ ਉਹਨਾਂ ਦੀਆਂ ਹੋਰ ਆ ਰਹੀਆਂ ਉਹਨਾਂ ਨੂੰ ਸਮੱਸਿਆਵਾਂ ਦੀ ਗੱਲ ਕਰ ਲਓ, ਅੱਜ ਪਾਰਕਸ ਦੇ ਵਿੱਚ ਸਵਿਮਿੰਗ ਲੈਸਨ, ਮਤਲਬ ਤੁਸੀਂ ਨਾਂ ਲਓ ਕਿਹੜੀ ਇਸ਼ੂ ਆ, ਹਰ ਦੇ ਉੱਤੇ ਜਿਹੜੀ ਜਗ੍ਹਾ ਆਮ ਸਧਾਰਨ ਬੰਦਾ ਕੁਚਲਿਆ ਪਿਆ। ਔਰ ਉਹ ਮੈਂ ਚਾਹੁੰਦਾ ਕਿ ਆਮ ਸਧਾਰਨ ਬੰਦੇ ਦੀ ਜਿਹੜੀ ਇਨਸਾਨ ਆ ਉਹਦੀ ਆਵਾਜ਼ ਸਿਟੀ ਹਾਲਤ ਨਹੀਂ ਹੋਵੇ। ਉਹਦੇ ਵਿੱਚ ਜਿਹੜਾ ਹੈਗਾ ਉਹ 'ਚ ਵੀ ਮੈਂ ਆਪਣਾ ਪੁਰਾਣਾ ਜੇ ਮੇਰਾ ਰੈਕਡ ਦੇਖਿਆ ਜਾਵੇ ਤਾਂ ਬੜਾ ਕਲੀਅਰ ਆ। ਤਲਵਰ ਸਾਹਿਬ, ਤੁਸੀਂ ਸਾਰੇ ਇਸ਼ੂਜ਼ ਦਾ ਜ਼ਿਕਰ ਕਰ ਦਿੱਤਾ ਕਿ ਕਿਹੜੇ-ਕਿਹੜੇ ਇਸ਼ੂਜ਼ ਸਰੀ ਨੂੰ ਆ ਰਹੇ ਨੇ। ਉਸ ਸਰੀ ਤੇ ਨਜ਼ਰ ਮਾਰੀਏ ਤਾਂ ਸਰੀ ਦੇ ਵਿੱਚ ਇਲੈਕਸ਼ਨ ਨੇ, ਇਹੀ ਸੁਣਨ ਨੂੰ ਮਿਲਦਾ। ਹਾਲਾਂਕਿ ਇਲੈਕਸ਼ਨ ਸਾਰੀ BC ਦੇ ਵਿੱਚ ਨੇ, ਪਰ ਇੱਕ ਚੋਣ ਮੈਦਾਨ ਜਿਹੜਾ ਬਣਿਆ ਹੋਇਆ ਉਹ ਸਰੀ ਬਣਿਆ ਹੋਇਆ ਕਿ ਸਰੀ ਦੇ ਵਿੱਚ ਅਗਲਾ ਮੇਅਰ ਕੌਣ ਹੋਊਗਾ, ਕੌਣ ਸੰਭਾਲੂਗਾ ਸਰੀ ਦੀ ਅਗਲੀ ਵਾਗਡੋਰ। ਇਹ ਚੀਜ਼ ਸਾਰਿਆਂ ਦੇ ਮੂੰਹ ਦੇ ਉੱਤੇ। ਪਰ ਹੁਣ ਤੁਸੀਂ ਦੇਖੋ ਕਿ ਇਸ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ, ਪਰ ਹੋ ਕੀ ਰਹੀ ਹੈ? ਸਕਾਈ ਟ੍ਰੇਨ ਦਾ ਇਸ਼ੂ ਸਾਹਮਣੇ ਆ ਰਿਹਾ ਤੇ ਜਾਂ ਫਿਰ ਸਭ ਤੋਂ ਵੱਡਾ ਇਸ਼ੂ ਸਾਹਮਣੇ ਆ ਰਿਹਾ ਪੁਲਿਸਿੰਗ ਦਾ। ਹੁਣ ਪਿਛਲੇ ਇਲੈਕਸ਼ਨਸ ਦੇ ਵਿੱਚ ਡਗ ਮਕਲਨ ਨੂੰ ਲੋਕਾਂ ਨੇ ਜਿਤਾਇਆ ਸੀ ਕਿਉਂਕਿ ਸਰੀ ਪੁਲਿਸ ਦਾ ਮਸਲਾ ਸੀ ਕਿ ਸਰੀ ਪੁਲਿਸ ਆਵੇ। ਹੁਣ ਸਰੀ ਪੁਲਿਸ ਦੀ ਅੱਧੀ ਟ੍ਰਾਂਜੀਸ਼ਨ ਹੋ ਚੁੱਕੀ ਹੈ। 300 ਮੈਂਬਰ ਆਲਰੇਡੀ ਜਿਹੜੇ ਨੇ ਉਹ ਸਰਵ ਕਰ ਰਹੇ ਨੇ। 300 ਜਿਹੜੇ ਹੋ ਜਾਣੇ ਆ, ਇਹ 300 ਜਿਹੜੇ ਹੋ ਜਾਣੇ ਆ ਜਿਹੜੇ ਹੈਗੇ ਨੇ। ਪਰ ਹੁਣ ਬਹੁਤ ਸਾਰੇ RCMP ਵਾਲੇ ਵੀ ਸਰੀ ਪੁਲਿਸ ਦੇ ਵਿੱਚ ਆ ਰਹੇ ਨੇ। ਹੁਣ ਮੰਨ ਲਓ ਕਿ ਅੱਜ ਤੁਸੀਂ ਮੇਅਰ ਜਿਹੜੇ ਨੇ ਉਹ ਬਣ ਜਾਂਦੇ ਆ, ਪਰ ਉਸ ਤੋਂ ਬਾਅਦ ਕੀ ਤੁਸੀਂ ਕਰੋਗੇ? ਤੁਹਾਡਾ ਕੀ ਡਿਸੀਜਨ ਹੋਊਗਾ? ਕੀ ਰੋਕੀ ਜਾਊਗੀ? ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਆਲਰੇਡੀ ਗੋ ਕਹਿ ਦਿੱਤਾ ਹੈ, ਗੋ ਹੈਡ ਦੇ ਦਿੱਤਾ ਹੈ ਕਿ ਇਹ ਰੋਕੀ ਤਾਂ ਨਹੀਂ ਜਾ ਸਕਦੀ, ਪਰ ਕੀ ਹੋਊਗਾ? ਤੁਸੀਂ ਇਸ ਤੋਂ ਬਾਅਦ ਕੀ ਕਰੋਗੇ? ਐਕਚੁਅਲੀ ਬਹੁਤ ਵਧੀਆ ਸਵਾਲ ਅਰਸ਼ਦੀਪ ਤੁਸੀਂ ਜਿਹੜਾ ਅੱਗੇ ਲੈ ਕੇ ਆਂਦਾ। ਤੁਸੀਂ ਜਦੋਂ ਜਿਹੜੇ ਨਵੇਂ ਕੈਂਡੀਡੇਟ ਆਏ ਨੇ ਜਿਨ੍ਹਾਂ ਦੇ ਵਿੱਚ ਇੱਕੋ ਇੱਕ ਕਲੀਅਰ ਕੈਂਡੀਡੇਟ, ਉਹ ਅਸੀਂ ਸਾਡੀ ਯੂਨਾਈਟਿਡ ਸਰੀ ਦੀ ਟੀਮ ਤੇ ਸੁਖ ਧਾਲੀਵਾਲ, ਅਸੀਂ ਕਲੀਅਰ ਕੀਤਾ ਕਿ ਇਹ ਜਿਹੜੀ ਟ੍ਰਾਂਜੀਸ਼ਨ ਹੈਗੀ ਅਸੀਂ ਇਸ ਨੂੰ ਬੜੀ ਸਮੂਥਲੀ ਸਿਰੇ ਲਾਉਣਾ। ਇਹਦੇ ਵਿੱਚ ਕੋਈ ਵਿਘਨ ਨਹੀਂ ਪੈਣ ਦੇਣਾ। ਜਿੰਨੀ ਜਲਦੀ ਟ੍ਰਾਂਜੀਸ਼ਨ ਹੋਊਗੀ ਉਨਾ ਸਾਡੀ ਕਮਿਊਨਿਟੀ ਨੂੰ ਫਾਇਦਾ, ਉਨਾ ਸਾਡੇ ਟੈਕਸ ਪੇਅਰਸ ਨੂੰ ਫਾਇਦਾ ਹੈਗਾ। ਇਹ ਨਹੀਂ ਵੀ ਡਗ ਮਕੈਲਮ ਉਹਨਾਂ ਨੇ ਇਹ ਇੱਟ ਧਰਤੀ ਮੇਰਾ ਕੰਮ ਆ ਵੀ ਇਹ ਚੱਕ ਕੇ ਪਾਸੇ ਕਰਨਾ, ਨਹੀਂ। ਉਹਨਾਂ ਤੋਂ ਇਹ ਕੰਮ ਪੂਰਾ ਨਹੀਂ ਹੋਇਆ ਕਿਉਂਕਿ ਉਹ ਕਹਿੰਦੇ ਸੀ ਅਪ੍ਰੈਲ 2022 ਤਾਈਂ ਅਸੀਂ ਇਹਨੂੰ ਕੰਪਲੀਟ ਕਰਾਂਗੇ। ਨਹੀਂ ਹੋਇਆ, ਕੋਈ ਗੱਲ ਨਹੀਂ, ਪਰ ਅਸੀਂ ਜਿਹੜਾ ਹੈਗਾ ਉਸ ਚੀਜ਼ ਦੀ ਜ਼ਿੰਮੇਵਾਰੀ ਲੈਂਦੇ ਹਾਂ ਵੀ ਇਸ ਨੂੰ ਅਸੀਂ ਸਮੂਥਲੀ, ਕਿਉਂਕਿ ਜੇ ਪਿੱਛੇ ਦੇਖਿਆ ਜਾਵੇ ਮੇਅਰ ਐਂਡ ਕਾਉਂਸਲ ਜਿਹੜੀ ਹੈਗੀ ਆ ਉਹਨਾਂ ਨੇ ਪੋਲੀਟੀਕਲ ਫੁੱਟਬਾਲ ਬਣਾਇਆ। ਦੇਖੋ ਇੱਕ ਦਿਨ ਇੱਕ ਵਰਦੀਆਂ ਪਾ ਕੇ ਚਲੇ ਜਾਂਦੇ, ਦੂਜੇ ਦਿਨ ਦੂਜੀਆਂ। ਸੋ ਉਹ ਪੋਲੀਟੀਕਲ ਫੁੱਟਬਾਲ ਬਣਾਉਣ ਦੀ ਬਜਾਏ ਜਿਹੜਾ ਸੀਗਾ ਅਸੀਂ ਕਲੀਅਰ ਲਫ਼ਜ਼ਾਂ 'ਚ ਕਿਹਾ ਕਿ ਅਸੀਂ ਸਰੀ ਪੁਲਿਸ ਲੈ ਕੇ ਆਉਣੀ, ਬਟ ਐਟ ਦੀ ਸੇਮ ਟਾਈਮ RCMP ਨੂੰ ਡਿਊ ਰਿਸਪੈਕਟ ਦਿੰਦੇ ਹੋਏ ਉਹਨਾਂ ਨੂੰ ਹੌਲੀ ਹੌਲੀ ਅਸੀਂ ਵਿਦਾ ਜਿਹੜੀ ਆ ਉਹ ਕਰਦੇ ਰਹਾਂਗੇ। ਇਕੱਲੀ ਇਹ ਨਹੀਂ ਵੀ ਪੁਲਿਸ ਹੀ ਲੈ ਕੇ ਆਉਣੀ ਆ। ਜਦੋਂ ਅਸੀਂ ਸਾਡੀ ਓਨ ਪੁਲਿਸ ਆ ਗਈ ਉਹਦੇ ਵਿੱਚ ਵੀ ਇੱਕ ਸਿਸਟਮ ਲੈ ਕੇ ਆਉਣਾ, ਟ੍ਰਿਆਜ ਸਿਸਟਮ, ਜਿਹਦੇ ਵਿੱਚ ਚਾਹੇ ਲੋਕ 911 ਕਾਲ ਕਰਨ ਚਾਹੇ 311 ਕਾਲ ਕਰਨ, ਉਹਨਾਂ ਨੂੰ ਅਪਰੋਪਰੀਏਟ ਰਿਸਪੌਂਸ ਮਿਲੇ ਔਰ ਸਮੇਂ ਸਿਰ ਰਿਸਪੌਂਸ ਔਰ ਅਪਰੋਪਰੀਏਟ ਡਿਪਾਰਟਮੈਂਟ 'ਚ ਉਹ ਜਾਵੇ। ਉਹਦੇ ਲਈ ਵੀ ਅਸੀਂ ਜਿਹੜੀ ਇੰਟੀਗ੍ਰੇਟਡ ਲਾਈਨ ਜਿਹੜੀ ਬਣਾਉਣੀ ਹੈਗੀ ਆ, ਜਿਹੜੀ ਡਿਸਪੈਚ ਹੈਗਾ ਜਿੱਥੇ, ਉਹ ਵੀ ਅਸੀਂ ਜਿਹੜਾ ਕਰਨਾ। ਔਰ ਉਹਦੇ ਵਿੱਚ ਇਹ ਹੈਗਾ ਅਰਸ਼ਦੀਪ ਵੀ ਅੱਜ ਨੋਇਜ਼ ਦਾ ਕੰਪਲੇਂਟ ਆ ਗਈ 11:15। ਤੁਸੀਂ ਦੇਖੋ ਕਿ ਪੁਲਿਸ ਆਫਿਸਰ ਨੂੰ ਪੁੱਲ ਕਰਕੇ ਅਸੀਂ ਉਹ ਨੋਇਜ਼ ਜਿਹੜੀ ਹੈਗਾ ਕੰਪਲੇਂਟ ਨੂੰ ਡੀਲ ਕਰਨ ਲਾ ਦਿੰਦੇ ਹਾਂ। ਮੈਂਟਲ ਹੈਲਥ ਇਸ਼ੂਜ਼ ਆ ਰਹੇ ਨੇ ਡਾਊਨਟਾਊਨ, ਉੱਥੇ ਵੀ ਸਾਡੇ ਪੁਲਿਸ ਆਫਿਸਰ ਜਿਹੜੇ ਉਹਨਾਂ ਨੂੰ ਲਾ, ਉਸ ਨੂੰ ਮੱਦੇਨਜ਼ਰ ਰੱਖਦੇ ਕਿ ਅਸੀਂ ਪੁਲਿਸ ਆਫਿਸਰ ਜਿਹੜੇ ਨੇ ਉਹਨਾਂ ਦੀ ਡਿਊਟੀ ਜਿਹੜੀ ਕ੍ਰਾਈਮ ਰਿਲੇਟਡ ਐਕਟੀਵਿਟੀਜ਼ ਨੂੰ ਮੋਨੀਟਰ ਕਰਨ ਦੀ ਉੱਥੇ ਰਹਿਣ। ਜਿੱਥੇ ਨੋਇਜ਼ ਆ, ਗ੍ਰਫਿਟੀ ਆ, ਲਿਟਰਿੰਗ ਆ, ਜਿੱਥੇ ਵਾਇਲਾ ਹੈਗਾ ਉਹਨੂੰ ਵਾਇਲਾ ਨੂੰ ਕਹੀਏ ਵੀ ਤੁਸੀਂ ਆਪਣੀ ਡਿਊਟੀ ਕਰਨੀ, ਉਹਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਸਕੈਜੂਲ ਕਰਨਾ ਹੈਗਾ ਆਪਣੇ ਆਪ ਨੂੰ, ਉਹ ਕਰਨ, ਸਟਰੈਂਥਨ ਕਰਨਾ ਆਪਦੇ ਡਿਪਾਰਟਮੈਂਟ ਨੂੰ। ਦੂਸਰਾ ਹੈਗਾ ਮੈਂਟਲ ਹੈਲਥ ਪ੍ਰੋਫੈਸ਼ਨਲ ਹਾਇਰ ਕਰਾਂਗੇ, ਕਿਉਂਕਿ ਅਨਫੋਰਚੂਨੇਟਲੀ ਇਸ਼ੂ ਤਾਂ ਹੈ ਨਾ ਮੈਂਟਲ ਹੈਲਥ ਦਾ, ਬਜਾਏ ਕਿ ਪੁਲਿਸ ਉਹਨਾਂ ਨਾਲ ਡੀਲ ਕਰੇ, ਉਹ ਮੈਂਟਲ ਹੈਲਥ ਪ੍ਰੋਫੈਸ਼ਨਲ ਜਿਹੜੇ ਫੇਜ਼ਰ ਹੈਲਥ ਨਾਲ ਰਲ ਕੇ ਕੰਮ ਕਰਨ ਤਾਂ ਕਿ ਅਸੀਂ ਪੁਲਿਸ ਆਫਿਸਰ ਜਿਹੜੇ ਉੱਥੋਂ ਵਿਹਲੇ ਕਰਨ। ਔਰ ਟ੍ਰੈਫਿਕ ਦੇ ਵਿੱਚ ਐਕਸੀਡੈਂਟ ਹੋਇਆ ਸੀ, ਟ੍ਰੈਫਿਕ ਪੁਲਿਸ ਜਿਹੜੀ ਹੈਗੀ ਆ ਉਹ ਡੈਡੀਕੇਟ ਕਰਾਂਗੇ ਤਾਂ ਕਿ ਉਹ ਡੀਲ ਕਰੇ। ਜਿਹੜੀ ਪੁਲਿਸ ਸਾਡੀ ਹੈਗੀ ਆ ਆਪਣਾ ਕੰਮ ਕਰ ਰਹੀ ਕ੍ਰਾਈਮ ਰਿਲੇਟਡ, ਤਾਂ ਕਿ ਉਹ ਆਪਣੀ ਐਫੀਸ਼ੀਐਂਸੀ ਦਿਖਾ ਸਕੇ। ਇਕੱਲਾ ਇਹ ਨਹੀਂ ਕਿ ਜਦੋਂ ਹੁਣ ਪਬਲਿਕ ਸੇਫਟੀ ਦੀ ਗੱਲ ਕਰਦੇ ਉਹਦੇ ਵਿੱਚ ਸਾਡੇ ਬੱਚਿਆਂ ਦਾ ਵੀ ਇਸ਼ੂ ਬਹੁਤ ਅੱਗੇ ਉੱਭਰ ਕੇ ਆਉਂਦਾ। ਉਹਦੇ ਵਿੱਚ ਅਸੀਂ ਇੱਕ ਟੀਮ ਹੈਗੀ ਜਿਹਨੇ ਕਿਹਾ ਵੀ ਅਸੀਂ ਇੱਕ ਯੂਥ ਹੱਬ ਇਸਟੈਬਲਿਸ਼ ਕਰਾਂਗੇ। ਉਹ 'ਚ ਪੋਲੀਟੀਕਲ ਰਿਪਰੈਜ਼ੈਂਟੇਟਿਵ ਤਾਂ ਬੈਠਣਗੇ, ਫੈਡਰਲ, ਪ੍ਰੋਵਿੰਸ਼ੀਅਲ, ਲੋਕਲ, ਕਿਉਂਕਿ ਰਿਸੋਰਸ ਲਾਉਣੇ, ਪਰ ਉਹਦੇ ਵਿੱਚ ਐਕਸਪਰਟ ਬੈਠਣ। ਜਦੋਂ ਐਕਸਪਰਟ ਬੈਠਣਗੇ ਨਾ, ਉਹ ਐਕਸਪਰਟ ਡਿਸੀਜਨ ਬਣਾਉਣ ਵੀ ਜਿਹੜੇ ਰਿਸੋਰਸ ਹੈਗੇ ਉਹ ਅਸੀਂ ਕਿੱਥੇ ਲਾਉਣੇ ਜੀ। ਕੀ ਅਸੀਂ ਪ੍ਰਿੰਸੀਪਲਸ ਨੂੰ ਮੁਲਾਕਾਤ ਕਰਨੀ, ਲੇਜ਼ਨ ਆਫਿਸਰਸ ਨਾਲ, ਬੱਚਿਆਂ ਨਾਲ, ਪੇਰੈਂਟਲ ਬੋਡੀ ਨਾਲ, ਔਰ ਕਿਹੜੀਆਂ ਏਜੰਸੀਜ਼ ਅਸੀਂ ਹਾਇਰ ਕਰਨੀਆਂ ਉਹ ਜਿਹੜੀਆਂ ਸਾਨੂੰ ਦੱਸਣ ਵੀ ਆਹ ਏਜੰਸੀ ਜਿਹੜੀ ਹੈਗੀ ਆ ਪੋਜ਼ਿਟਿਵ, ਫਿਰ ਉਹਨਾਂ ਤੋਂ ਅਸੀਂ ਪੁੱਛਣਾ ਵੀ ਆ, ਉਹ ਰਿਪੋਰਟ ਦੇਣ ਵੀ ਹਾਂ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਤੁਸੀਂ ਪੋਜ਼ਿਟਿਵ ਕੀਤਾ, ਨਾਲ ਹੀ ਨਵੇਂ ਫਾਇਰ ਫਾਈਟਰ ਹਾਇਰ ਕਰਨੇ। ਸੋ ਅਸੀਂ ਜਿਹੜੀ ਪਬਲਿਕ ਪਾਲਿਸੀ ਲੈ ਕੇ ਆਏ ਨਾ,
ਪੁਲਿਸ ਤਾਂ ਲੈ ਕੇ ਆਉਣੀ ਹੈ ਸਰੀ ਪੁਲਿਸ, ਪਰ ਨਾਲ ਉਹਦੇ ਇੱਕ ਡਿਟੇਲਡ ਪਬਲਿਕ ਪਾਲਿਸੀ, ਜਿਹੜੀ ਪਬਲਿਕ ਸੇਫਟੀ ਪਾਲਿਸੀ ਆ, ਜਿਹਦੇ ਵਿੱਚ 15 ਫਾਇਰ ਫਾਈਟਰ ਅਗਲੇ 5 ਸਾਲਾਂ ਲਈ ਹਾਇਰ ਕਰਨੇ। ਸੋ ਇੱਕ ਬੜੀ ਕੰਪਰੀਹੈਂਸਿਵ ਪਲਾਨ ਜਿਹੜੀ ਆ ਉਹ ਲੈ ਕੇ ਆ ਰਹੇ ਆ। ਸਰੀ ਦੇ ਵਿੱਚ ਇਹ ਨਹੀਂ ਕਿ 300-400, ਮੈਨੂੰ ਲੱਗਦਾ 700-800 ਪੁਲਿਸ ਅਧਿਕਾਰੀ ਹੋਣੇ ਚਾਹੀਦੇ ਨੇ, ਜਿਸ ਤਰ੍ਹਾਂ ਦੇ ਨਾਲ ਸਾਡੀ ਜਿਹੜੀ ਕਮਿਊਨਿਟੀ ਆ ਉਹ ਵੱਧ ਰਹੀ ਹੈ। ਪਰ ਹੁਣ ਤੁਸੀਂ ਜ਼ਿਕਰ ਕੀਤਾ ਹੈ ਕਿ ਐਕਸਪਰਟ ਜਿਹੜੇ ਨੇ ਉਹ ਦੱਸਣਗੇ, ਐਕਸਪਰਟ ਦੀ ਸਲਾਹ ਦੇ ਨਾਲ ਸਾਰਾ ਕੁਝ ਹੋਊਗਾ। ਫਿਰ ਟਰਾਂਸਪੇਰੈਂਸੀ ਦਾ ਬੜਾ ਵੱਡਾ ਇਸ਼ੂ ਆਉਂਦਾ ਸਿਟੀ ਹਾਲ ਦੇ ਵਿੱਚ। ਹੁਣ ਜੇ ਤੁਸੀਂ ਮੇਅਰ ਬਣਦੇ ਆ, ਟਰਾਂਸਪੇਰੈਂਸੀ ਹੋਊਗੀ, ਜਿਹੜੀਆਂ ਰਿਪੋਰਟਸ ਆਉਣਗੀਆਂ ਉਹ ਲੋਕਾਂ ਨਾਲ ਸ਼ੇਅਰ ਕੀਤੀਆਂ ਜਾਣ। ਬਿਲਕੁਲ, ਜਿਹੜਾ ਪਹਿਲੇ ਦਿਨ ਤੋਂ ਅਸੀਂ ਇੱਕ ਚੀਜ਼ ਹੈਗੀ ਕਿ ਅਸੀਂ ਲੋਕਾਂ ਨੂੰ ਪਹਿਲਾਂ ਹੀ ਦੱਸਾਂਗੇ ਵੀ ਦੇਖੋ ਸਾਨੂੰ ਇੰਨਾ ਟਾਈਮ ਲੱਗਣਾ, ਇੰਨਾ ਸਾਡਾ ਖਰਚਾ। ਹੁਣ ਇਸ ਵੇਲੇ ਲੋਕਾਂ ਨੂੰ ਪਤਾ ਹੀ ਨਹੀਂ, ਕਿਉਂਕਿ ਇੱਕ ਜਿਹੜਾ ਕੈਂਡੀਡੇਟ ਹੈਗਾ ਮੇਅਰ ਦਾ ਉਹ ਕੁਛ ਕਹਿ ਰਿਹਾ ਵੀ ਜੀ ਇੰਨੇ 100 ਮਿਲੀਅਨ ਖਰਚਾ ਜੋ। ਦੂਸਰਾ ਹੁਣ ਜਦੋਂ ਅਸੀਂ ਉਹ ਅਸਲੀਅਤ ਇਨਫੋਰਮੇਸ਼ਨ ਲੋਕਾਂ ਕੋਲ, ਉਹ ਲੋਕ ਖੁਸ਼। ਇਕੱਲੀ ਟਰਾਂਸਪੇਰੈਂਸੀ ਦੀ ਇੱਥੇ ਨਹੀਂ, ਇਨਫੈਕਟ ਜਦੋਂ ਹੁਣ ਆਪਾਂ ਅੱਜ ਦੇਖਦੇ ਹੈਗਾ ਅਕਾਊਂਟੇਬਿਲਿਟੀ ਨਹੀਂ ਰਹੀ, ਇੰਟੈਗ੍ਰਿਟੀ ਨਹੀਂ ਰਹੀ, ਜਿਹੜੀ ਉਹ ਵੀ ਖਤਰੇ 'ਚ ਪੈ ਗਈ। ਅਸੀਂ ਉਸ ਲਈ ਵੀ ਕਿਹਾ ਵੀ ਅਸੀਂ ਜਿਹੜੇ ਵੀ ਪ੍ਰੋਜੈਕਟਸ ਵੀ ਨੇ, ਸਪੋਜ਼ ਕਰੋ ਕੌਂਸਲ ਦੇ ਕੋਲ ਆ ਰਹੇ ਨੇ ਅੱਜ, ਜਿਹੜੇ ਕੌਂਸਲ ਦੇ ਪ੍ਰੋਜੈਕਟ ਪਾਸ ਹੋ ਰਹੇ ਨੇ ਉਹ ਸਿਰਫ ਉਹ ਪ੍ਰੋਜੈਕਟਸ ਨੇ ਜਿਹੜੇ ਉਹ ਭੂਮੀ ਮਾਫੀਆ ਜਿਹੜਾ ਉਹਦੇ ਨੇ। ਆਮ ਸਧਾਰਨ ਬੰਦਾ 2-4 ਸਾਲ ਹੋ ਗਏ ਉਹਨਾਂ ਦੇ ਪ੍ਰੋਜੈਕਟਸ ਥਰੂ ਨਹੀਂ। ਅਸੀਂ ਕਿਹਾ ਵੀ ਪ੍ਰੋਜੈਕਟਸ ਮੈਰਿਟ ਦੇ ਆਧਾਰ ਤੇ ਅੱਗੇ ਜਾਣਗੇ, ਔਰ ਜਿਹੜੇ ਪਰਮਿਟਸ ਨੇ ਉਹ ਜਲਦੀ ਤੋਂ ਜਲਦੀ ਪ੍ਰੋਸੈਸ ਕਰਾਂਗੇ ਤਾਂ ਕਿ ਸਾਡੇ ਕੋਲ ਇਨਵੈਂਟੋਰੀ ਕਾਫੀ ਆ ਜਾਏ। ਪਰ ਉਹਦੇ ਵਿੱਚ ਅਸੀਂ ਜਿਹੜਾ ਫੋਰੈਂਸਿਕ ਆਡਿਟ ਹੈਗਾ ਉਹ ਵੀ ਕਰਾਵਾਂਗੇ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਟੈਕਸ ਫਰੀਜ਼ ਦੀ ਬੜੀ ਗੱਲ ਆਉਂਦੀ ਹੈ ਕਿ ਸਾਲ ਦੀ ਟੈਕਸ ਫਰੀਜ਼ ਹੋ ਜਾਊਗਾ। ਡਗ ਮੁਕਲਨ ਕਹਿੰਦੇ ਆ ਕਿ 4 ਸਾਲਾਂ ਦੇ ਲਈ ਟੈਕਸ ਫਰੀਜ਼ ਹੋ ਜਾਊਗਾ। ਜੇ ਟੈਕਸ ਫਰੀਜ਼ ਹੋ ਜਾਊਗਾ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਰਚੇ ਕਿੱਥੋਂ ਕੱਢੇ ਜਾਣਗੇ? ਦੇਖੋ ਇਹੀ ਤਾਂ ਗੱਲ ਹੈਗੀ। ਜੇ ਡਗ ਮੁਕਲਨ ਉਹਨਾਂ ਨੂੰ ਪੁੱਛੋ ਵੀ ਕੋਵਿਡ ਦੇ ਦੌਰਾਨ ਤਾਂ ਲੋਕਾਂ ਨੂੰ ਬੜੀ ਲੋੜ ਸੀ, ਉਦੋਂ ਸੁੱਤੇ ਰਹੇ 4 ਸਾਲ। ਕੋਵਿਡ ਦੇ ਦੌਰਾਨ ਫੈਡਰਲ ਗਵਰਨਮੈਂਟ ਨੇ 80% ਖਰਚਾ ਕੀਤਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ, ਜਿਹੜਾ ਵੀ ਹੋਇਆ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ। ਉਦੋਂ ਡਗ ਮੁਕਲਨ ਉਹਨਾਂ ਨੂੰ ਨਹੀਂ ਯਾਦ ਆਇਆ ਵੀ ਅਸੀਂ ਅੱਜ ਟੈਕਸ, ਲੋਕਾਂ ਦੇ ਟੈਕਸ ਉਦੋਂ ਵਧਾ ਰਹੇ। ਈਵਨ ਕੋਵਿਡ ਦੇ ਦੌਰਾਨ ਵੀ ਇਹਨਾਂ ਨੇ ਟੈਕਸ ਵਧਾਏ। ਇਹਨਾਂ ਨੂੰ ਉਦੋਂ ਨਹੀਂ ਯਾਦ ਆਇਆ। ਕਦੋਂ ਯਾਦ ਆਇਆ? ਜਦੋਂ ਸਰੀ ਯੂਨਾਈਟਿਡ ਸਰੀ ਨੇ, ਸਾਡੀ ਟੀਮ ਨੇ 3 ਮਹੀਨੇ ਪਹਿਲਾਂ ਜਦੋਂ ਪਾਰਟੀ ਲਾਂਚ ਕੀਤੀ, ਅਸੀਂ ਉਹਦੇ ਵਿੱਚ 4 ਨੁਕਾਤੀ ਪ੍ਰੋਗਰਾਮ ਲੈ ਕੇ ਆਏ। ਉਹਦੇ ਵਿੱਚੋਂ ਪਹਿਲਾ ਨੁਕਾਤੀ ਪ੍ਰੋਗਰਾਮ ਕੀ ਸੀ ਵੀ 1 ਸਾਲ ਲਈ ਅਸੀਂ ਟੈਕਸ ਫਰੀਜ਼ ਕਰਾਂਗੇ, ਉਸ ਤੋਂ ਬਾਅਦ ਅਸੀਂ ਸਿਚੁਏਸ਼ਨ ਅਸੈਸ ਕਰਾਂਗੇ। ਹੁਣ ਕਿਉਂਕਿ ਡਗ ਮੁਕਲਨ ਦੀ ਬੇੜੀ ਡੁੱਬਦੀ ਜਾ ਰਹੀ ਹੈ, ਪਤਾ ਲੱਗ ਗਿਆ ਐਵਰੀ ਪੋਲ ਟੈਲਸ ਕਿ ਉਹ 5ਵੇਂ ਨੰਬਰ ਤੇ ਨੇ। ਉਹ ਜਦੋਂ 5ਵੇਂ ਨੰਬਰ ਤੇ ਸ਼ੋਅ ਕਰਦੇ, ਹੁਣ ਉਹ ਹੱਥ ਪੱਲਾ ਤਾਂ ਮਾਰੂਗਾ ਨਾ ਡੁੱਬਦਾ। ਹੁਣ ਉਹ ਕਹਿੰਦੇ ਨੇ ਵੀ ਚਲੋ ਜੇ ਸੁਖ ਧਾਲੀਵਾਲ ਤੇ ਯੂਨਾਈਟਿਡ ਸਰੀ ਇਹ ਲੈ ਕੇ ਆਈ ਆ, ਅਸੀਂ ਹੁਣ 1 ਸਾਲ ਲਈ ਕਹਿੰਦੇ, ਅਸੀਂ 4 ਸਾਲ ਲਈ ਕਹਿ ਦਿੰਦੇ। ਪਰ ਅੱਗੇ ਵੀ ਇਹਨਾਂ ਨੇ ਕਿਹਾ ਸੀ ਕਿ ਨਹਿਰ ਬਣਾਉਂਗਾ ਮੈਂ, ਉਹ ਨਹਿਰ ਵੀ ਨਹੀਂ ਬਣੀ। ਸੋ ਇਹ ਜਿਹੜੀਆਂ ਇਸ ਵੇਲੇ ਸਟੇਟਮੈਂਟਸ ਨੇ ਨਾ, ਉਹਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। 3 ਮਹੀਨੇ ਪਹਿਲਾਂ ਜਿਹੜੀ ਪਲਾਨ ਲੈ ਕੇ ਆਂਦੀ ਉਹਨੂੰ ਹੁਣ ਇਹ ਫੋਲੋ ਕਰਨ ਦੀ ਕੋਸ਼ਿਸ਼ ਕਰਦੇ। ਜਿਵੇਂ ਤੁਸੀਂ ਕਿਹਾ ਕਿ ਜਿਹੜਾ ਇਹ ਗੱਲ ਕਰ ਰਹੇ ਨੇ ਉਹਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਲੋਕ ਤੁਹਾਡੇ 4 ਨੁਕਾਤੀ ਪ੍ਰੋਗਰਾਮਾਂ ਤੇ ਕਿਉਂ ਵਿਸ਼ਵਾਸ ਕਰਨ? ਦੇਖੋ ਵੈਲ ਥਾਟ, ਮੈਂ ਹੁਣ ਤੁਹਾਨੂੰ ਦੱਸਦਾ ਨਾ, 4 ਨੁਕਾਤੀ ਪ੍ਰੋਗਰਾਮ 'ਚ ਇੱਕ ਤਾਂ ਇਹ ਕਹਿਤਾ। ਹੁਣ ਟੈਕਸ ਦੀ ਗੱਲ ਕਰ ਲਈ ਆਪਾਂ, ਠੀਕ ਹੈ ਨਾ। ਅਸੀਂ ਲੈ ਕੇ ਆਏ ਸੀ ਨਾ ਇਹ ਪਲਾਨ ਨੂੰ, ਹੁਣ ਉਹ ਕੀ ਕਹਿ ਰਹੇ ਨੇ ਵੀ ਹਾਂ ਠੀਕ ਆ, ਠੀਕ ਹੈ ਨਾ। ਹੁਣ ਉਹ ਤੇ ਮੋਹਰ ਲਾ ਰਹੇ ਨਾ ਇਸ ਵੇਲੇ ਵੀ ਨਹੀਂ ਜੀ ਇਹ ਹੋ ਸਕਦਾ। ਪਰ ਅਸੀਂ ਜਦੋਂ ਲੈ ਕੇ ਆਏ ਸੀ, ਅਸੀਂ ਇਹ ਦੇਖਿਆ ਸੀਗਾ, ਪਹਿਲਾਂ ਬੁੱਕਸ ਦੇਖੀਆਂ, ਐਕਸਪਰਟਸ ਬਿਠਾਏ, ਉਹ ਕਹਿੰਦੇ ਸਾਡੇ ਕੋਲ ਇੰਨੇ ਕੁ ਰਿਸੋਰਸਿਸ ਹੈਗੇ ਵੀ ਅਸੀਂ 1 ਸਾਲ ਲਈ ਟੈਕਸ ਫਰੀਜ਼ ਕਰ ਸਕਦੇ ਹਾਂ, ਔਰ ਦੂਸਰੇ ਸਾਲ ਜਿਹੜਾ ਹੈਗਾ ਇੱਕ ਇਹਨੇ ਹਿਡਨ ਟੈਕਸ ਲਾਇਆ ਸੀ $300, 100 ਤੋਂ ਵਧਾ ਕੇ 300 ਕਰਤਾ ਸੀ ਪਰ ਪ੍ਰਾਪਰਟੀ, ਉਹਨੂੰ ਅਸੀਂ ਰਿਵਰਟ ਬੈਕ ਕਰ ਸਕਦੇ ਹਾਂ। ਇਹ ਤਾਂ ਅਸੀਂ 2 ਨੁਕਾਤੀ ਉਹ ਪ੍ਰੋਗਰਾਮ ਆ ਗਏ। ਹੁਣ ਆ ਜਾਓ ਅਗਲੇ ਪ੍ਰੋਗਰਾਮ ਦੀ। ਤੁਸੀਂ ਕਹਿੰਦੇ ਵੀ ਸਾਡਾ 4 ਨੁਕਾਤੀ ਪ੍ਰੋਗਰਾਮ। ਔਰ ਜਦੋਂ ਤੀਸਰਾ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਸੀਂ ਕਿਹਾ ਸੀ ਵੀ ਫਾਸਟੈਸਟ ਪ੍ਰੋਸੈਸ ਅਸੀਂ ਲੈ ਕੇ ਆਵਾਂਗੇ ਹੋਰ ਲੋਅਰ ਮੇਨਲੈਂਡਸ। ਫਿਰ ਅਸੀਂ 333 ਪਲਾਨ ਲੈ ਕੇ ਆਂਦੀ ਨੇ, ਉਹ ਬੜੀ ਪਾਪੂਲਰ ਹੋ ਗਈ। ਉਹਦੇ ਵਿੱਚ ਲੋਕ ਬੜੇ ਖੁਸ਼ ਹੋਏ। ਅਸੀਂ ਕਿਹਾ ਵੀ ਸਿੰਪਲ ਰੈਨੋਵੇਸ਼ਨ ਕਰਨੀ, ਅਸੀਂ 3 ਦਿਨ 'ਚ ਪਰਮਿਟ ਦੇ ਦਾਂਗੇ, ਠੀਕ ਹੈ। ਪਲੰਬਰ ਇਲੈਕਟ੍ਰੀਕਲ ਪਰਮਿਟ ਨੂੰ 2 ਦਿਨ ਲੱਗਦੇ ਆ, ਅਤੇ ਉਹੀ ਪਰਮਿਟ ਦੀ ਲੋੜ ਪੈਂਦੀ ਆ। ਪਲਾਨ ਅਸੀਂ 3 ਅਤੇ ਸਿੰਗਲ ਫੈਮਿਲੀ ਹੋਮ ਜਿਹੜਾ ਸੀ ਅਸੀਂ ਕਿਹਾ 3 ਹਫ਼ਤੇ 'ਚ, ਔਰ ਮਲਟੀਪਲ ਫੈਮਿਲੀ ਜਿਹੜਾ ਸੀ 3 ਮਹੀਨੇ 'ਚ। ਜਦੋਂ ਮੈਂ ਪਿੱਛੇ 2005 'ਚ ਪੋਲੀਟਿਕਸ 'ਚ ਆਉਣ ਤੋਂ ਪਹਿਲਾਂ ਦੇਖਦਾ ਤਾਂ ਮੈਂ ਇਸ ਫੀਲਡ 'ਚ ਐਕਟਿਵਲੀ ਇਨਵੋਲਵ ਸੀ। ਪ੍ਰੋਫੈਸ਼ਨਲ ਇੰਜੀਨੀਅਰ ਹੋਣ ਦੇ ਨਾਤੇ ਮੈਨੂੰ ਪਤਾ ਸੀ 3 ਤੋਂ 4 ਹਫ਼ਤੇ 'ਚ ਪਰਮਿਟ ਮਿਲ ਜਾਂਦਾ ਸੀ। ਹੁਣ ਸਿਟੀ ਹਾਲ ਵੀ ਐਡਾ ਵੱਡਾ ਅਸੀਂ ਉਸਾਰ ਲਿਆ, ਟੈਕਨੋਲੋਜੀ ਵੀ ਨਵੀਂ ਹੋ ਗਈ, ਅਤੇ ਹੁਣ ਅਸੀਂ 2-2 ਸਾਲ ਲੋਕਾਂ ਨੂੰ ਪਰਮਿਟ 8 ਮਹੀਨੇ ਤੋਂ ਲੈ ਕੇ 2। ਜਦੋਂ ਉਹ ਪਲਾਨ ਲੈ ਕੇ ਆਂਦੀ, ਇੱਕ ਦਿਨ ਤਾਂ ਇਹਨਾਂ ਦੀ ਟੀਮ ਦੇ ਮੈਂਬਰ ਕਹਿੰਦੇ ਡਗ ਮੁਕਲਨ ਦੇ, ਹੋ ਹੀ ਨਹੀਂ ਸਕਦਾ ਜੀ, 3 ਹਫ਼ਤੇ ਦੇ ਹੀ ਨਹੀਂ ਸਕਦੇ। ਫਿਰ ਦੇਖਿਆ ਉਹਨਾਂ ਨੇ ਜਾ ਕੇ ਅੰਦਰ ਵੀ ਗੱਲਬਾਤ ਕੀਤੀ ਹੋਣੀ, ਕਿਉਂਕਿ ਅਸੀਂ ਐਕਸਪਰਟਸ ਨਾਲ ਜਦੋਂ ਗੱਲਬਾਤ ਕੀਤੀ ਵੀ ਆਹ ਸਾਡੀ ਪਲਾਨ ਆ, ਫਿਰ ਉਹ ਕਹਿੰਦੇ ਜੀ ਅਸੀਂ 2 ਹਫ਼ਤੇ 'ਚ ਹੀ ਦੇ ਦਾਂਗੇ। ਸੋ ਤੁਸੀਂ ਸਮਝਦੇ ਹੋ ਕਿ ਪਲਾਨ ਸਾਡੀ ਜਿਹੜੀ ਅਸੀਂ ਲੈ ਕੇ ਆ ਰਹੇ, ਇਕੱਲੇ ਇਹ ਨਹੀਂ, ਵੈਨਕੂਵਰ ਸਿਟੀ ਹਾਲ ਦੇ ਵਿੱਚ ਰਨ ਕਰ ਰਹੇ ਜਿਹੜੇ ਉਹਨਾਂ ਦੇ ਫਰੰਟ ਰਨਰ ਕੈਂਡੀਡੇਟ ਆ, ਉਹਨਾਂ ਨੇ ਵੀ ਸਾਡੀ ਪਲਾਨ ਚੱਕੀ 333, ਅਤੇ ਉਹਨਾਂ ਨੇ ਪਿੱਛੇ ਇੱਕ 1 ਐਡ ਕਰ ਦਿੱਤਾ ਵੀ 1 ਸਾਲ 'ਚ ਅਸੀਂ ਜਿਹੜੇ ਨੇ ਹਾਈ ਰਾਈਜ਼ ਦੀ। ਸੋ ਇਹ ਜਿਹੜੀ ਚੀਜ਼ ਦੱਸਦੀ ਆ ਕਿ ਜਿਹੜੀ ਅਸੀਂ ਪਲਾਨ ਲੈ ਕੇ ਆ ਰਹੇ ਉਹਨੂੰ ਦੂਜੀਆਂ ਪਾਰਟੀਆਂ
ਅਡਾਪਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਚੌਥੀ ਗੱਲ ਸੀ ਪਾਰਕਸ ਐਂਡ ਰੈਕਰੀਏਸ਼ਨ ਦੀ, ਠੀਕ ਹੈ ਨਾ। ਅਸੀਂ ਕਿਹਾ ਸੀਗਾ ਜਦੋਂ ਹੀ ਅਸੀਂ ਆਏ, ਅਸੀਂ ਕਿਹਾ ਵੀ ਸਾਡੀਆਂ ਜਿਹੜੀਆਂ ਇਨਵੈਸਟਮੈਂਟਸ ਹੋਣੀਆਂ, ਹਿਸਟੋਰਿਕ ਇਨਵੈਸਟਮੈਂਟਸ, ਉਹ ਪਾਰਕ ਐਂਡ ਰੈਕਰੀਏਸ਼ਨ 'ਚ ਹੋਣੀਆਂ। ਕਿਉਂ? ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਇਸ ਵੇਲੇ ਸਵਿਮਿੰਗ ਸਪੋਟ ਨਹੀਂ ਮਿਲ ਰਹੇ, ਗਰਾਊਂਡਸ ਉਹਨਾਂ ਨੂੰ ਖੇਡਣ ਨੂੰ ਨਹੀਂ ਮਿਲ ਰਹੀਆਂ, ਹੈਲਦੀ ਲਾਈਫ ਸਟਾਈਲ ਨਹੀਂ ਉਹਨਾਂ ਦਾ ਰਹਿਣਾ। ਉਸ ਲਈ ਅਸੀਂ ਕੀ ਕਿਹਾ ਸੀ, ਅਸੀਂ ਕਿਹਾ ਸੀ ਵੀ ਅਸੀਂ ਉਹ ਰਿਸੋਰਸ ਲਿਆਵਾਂਗੇ ਤਾਂ ਕਿ ਜਿਹੜੇ ਬੱਚੇ ਆ ਉਹ ਆਪਣਾ ਐਕਟਿਵ ਲਾਈਫ ਸਟਾਈਲ ਜਿਹੜਾ ਉਹ ਅਡਾਪਟ ਕਰ ਸਕਣ ਔਰ ਆਪਣਾ ਫੁੱਲ ਪੋਟੈਂਸ਼ੀਅਲ ਰੀਅਲਾਈਜ਼ ਕਰ ਸਕਣ, ਜੋ ਬਣਨਾ ਚਾਹੁੰਦਾ ਉਹ ਬਣ ਸਕੇ, ਸਾਡੇ ਬਜ਼ੁਰਗਾਂ ਨੂੰ ਉਹ ਪਾਰਕਸ ਨੂੰ ਇੰਜੋਏ ਕਰ ਸਕਣ, ਠੀਕ ਹੈ ਨਾ। ਇਹ ਕੀ ਕਹਿੰਦੇ? ਕਹਿੰਦੇ ਜੀ ਅਸੀਂ 60,000 ਸੀਟ ਦਾ ਸਟੇਡੀਅਮ ਲਿਆਵਾਂਗੇ, $1 ਬਿਲੀਅਨ ਲਾ ਦਾਂਗੇ। BC ਸਟੇਡੀਅਮ ਤਾਂ ਹਜੇ ਤਾਈਂ ਪੂਰਾ ਭਰਿਆ ਨਹੀਂ, ਇਹ ਕਿੱਥੋਂ ਭਰ ਜੂ? ਫਿਰ ਦੂਸਰੀਆਂ ਪਾਰਟੀਆਂ ਕੀ ਕਹਿਣ ਲੱਗੀਆਂ ਜੋ ਅਸੀਂ ਕਹਿ ਰਹੇ ਹਾਂ? ਉਹ ਕਹਿੰਦੇ ਜੀ ਨਹੀਂ, ਅਸੀਂ 60,000 ਸੀਟ ਦਾ ਸਟੇਡੀਅਮ ਨਹੀਂ, ਪਰ ਜਿਹੜੀ ਇਹ ਸੁੱਖ ਤੇ ਯੂਨਾਈਟਿਡ ਸਰੀ ਪਲਾਨ ਲੈ ਕੇ ਉਸ ਪਲਾਨ 'ਚ ਗੱਲਾਂ ਕਰਨ ਲੱਗੇ ਜੀ ਅਸੀਂ ਸਵਿਮਿੰਗ ਪੂਲ, ਅਸੀਂ ਗਰਾਊਂਡਸ ਕਰਾਂਗੇ। ਅਸੀਂ ਜਿਹੜੀ ਚੀਜ਼ ਲੈ ਕੇ ਆ ਰਹੇ ਹਾਂ ਉਹ ਸਿਰਫ ਤੇ ਸਿਰਫ ਉਹ ਲੈ ਕੇ ਆ ਰਹੇ ਜਿਹੜੀ ਹੋ ਸਕਦੀ ਆ ਵਿਦਨ ਮੀਨਸ। ਪਾਰਕਸ ਦੇ ਵਿੱਚ ਵੀ ਦੇਖੋ ਨਾ ਹੁਣ ਕਿੰਨੀ ਵਧੀਆ ਪਲਾਨ ਅਸੀਂ ਉਹਨੂੰ ਲੈਬੋਰੇਟ ਕੀਤਾ ਵੀ ਅਸੀਂ ਇੱਕ ਸਿਟੀਜ਼ਨ ਬੇਸਡ ਕਮੇਟੀ ਬਿਠਾਵਾਂਗੇ। ਜਿਹੜੀ ਉਹ ਸਿਟੀਜ਼ਨ ਬੇਸਡ ਕਮੇਟੀ ਹੈਗੀ ਨਾ ਅਰਸ਼ਦੀਪ, ਉਹ ਫੈਸਲੇ ਕਰੇ ਕਿ ਇਹ ਜਿਹੜਾ ਕੈਪੀਟਲ ਸਪੈਂਡਿੰਗ ਆ ਉਹ ਕਿੱਥੇ ਹੋਣੀ ਚਾਹੀਦੀ ਆ। ਉਹ ਜਿਹੜੀਆਂ ਨੇ ਪ੍ਰਾਇੋਰਟੀ ਸੈੱਟ ਕਰੇ ਸਾਰੇ ਏਰੀਆ 'ਚ ਵੀ ਕਿੱਥੇ ਕਿੱਥੇ, ਨਾ ਕਿ ਇਹ ਹੋਵੇ ਵੀ ਇਕੱਲੀ ਸਾਊਥਰੀ 'ਚ ਹੋ ਜਾਏ ਬਾਕੀ ਜਿਹੜਾ ਉਹ ਰਹਿ ਜਾਏ, ਉਹ ਕਰੇਗੀ। ਦੂਸਰਾ ਅਸੀਂ ਕਿਹਾ ਵੀ ਜਿੰਨੀਆਂ ਟਰਫ ਫੀਲਡਸ ਹੈਗੀਆਂ ਇਸ ਵੇਲੇ ਉਹਨੂੰ ਅਸੀਂ ਡਬਲ ਕਰਾਂਗੇ, ਠੀਕ ਹੈ ਨਾ। ਤੀਸਰਾ ਹੁਣ ਇਸ ਵੇਲੇ ਪ੍ਰੋਬਲਮ ਆ ਰਹੀ ਪਬਲਿਕ ਵਾਸ਼ਰੂਮ ਦੀ। ਪਬਲਿਕ ਵਾਸ਼ਰੂਮ ਇੱਥੇ ਕਿਤੇ ਹੈ ਨਹੀਂ ਗੇ। ਅਸੀਂ ਇਹ ਸੋਚਿਆ ਵੀ ਇੱਕ ਪੰਥ ਦੋ ਕਾਜ, ਜਿਵੇਂ ਕਹਿੰਦੇ ਹੁੰਦੇ ਵੀ ਇੱਕ ਬੱਟੇ ਨਾਲ ਦੋ ਨਿਸ਼ਾਨ ਹੋ ਜਾਂਦੇ ਵੀ। ਇੱਕ ਤਾਂ ਪਾਰਕਸ ਦੇ ਵਿੱਚ ਵਾਸ਼ਰੂਮ ਹੈ ਨਹੀਂ ਗੇ, ਇੱਕ ਤਾਂ ਜਿਹੜੇ ਬੱਚੇ ਉੱਥੇ ਖੇਡਣ ਆਉਂਦੇ, ਬਜ਼ੁਰਗ ਆਉਂਦੇ ਨੇ, ਉਹਨਾਂ ਲਈ ਅਸੀਂ ਜਿਹੜੇ ਨੇ ਵਾਸ਼ਰੂਮ ਬਣ ਜਾਣਗੇ। ਦੂਸਰਾ ਜਿਹੜੇ ਪਬਲਿਕ ਵਾਸ਼ਰੂਮ, ਕਿਉਂਕਿ ਪਾਰਕਸ ਤਾਂ ਸਾਰੀ ਜਗ੍ਹਾ 'ਤੇ ਹੈਗੇ ਨਾ ਸਾਰੀ 'ਚ, ਤਾਂ ਲੋਕਾਂ ਨੇ ਜਿਹਨੇ ਵਾਸ਼ਰੂਮ ਜਾਣਾ ਪਬਲਿਕ ਵਾਸ਼ਰੂਮ ਤਾਂ ਉਹ ਨੇੜੇ ਉਹਨਾਂ ਨੂੰ ਪਤਾ ਹੋਊ ਵੀ ਆਹ ਪਾਰਕ ਆ, ਇੱਥੇ ਹੈਗੇ, ਉਹ ਪਬਲਿਕ ਵਾਸ਼ਰੂਮ ਯੂਜ਼ ਕਰ ਸਕਣ। ਨਾਲ ਜਿਹੜਾ ਅਸੀਂ ਇਹ ਕਿਹਾ ਵੀ ਜਿਹੜੀ ਲਾਈਟਿੰਗ ਹੈਗੀ ਆ ਸੇਫਟੀ ਲਈ, ਉਹਨੂੰ ਅਸੀਂ ਸਾਰੇ ਪਾਰਕਸ ਦੇ ਵਿੱਚ ਜਿਹੜੀ ਆ ਉਹਨੂੰ ਸਟੱਡੀ ਕਰਾਂਗੇ, ਆਡਿਟ ਕਰਾਂਗੇ ਅਤੇ ਅਪਡੇਟ ਕਰਾਂਗੇ। ਨਾਲ ਇੱਕ ਨਾ ਹੋਰ ਪ੍ਰੋਗਰਾਮ ਬਹੁਤ ਮਸ਼ਹੂਰ ਆ, ਮੈਂ ਬਜ਼ੁਰਗਾਂ ਕੋਲ ਜਾਣਾ, ਹਰੇਕ ਬਜ਼ੁਰਗ ਪਤਾ ਕੀ ਕਹਿੰਦੇ ਆ, ਕਹਿੰਦੇ ਜੀ ਵੀ ਸਾਡੇ ਬੈਂਚ ਲਵਾ ਦਿਓ ਉੱਥੇ ਬੈਠਣ ਨੂੰ, ਇਹੀ ਕਹਿੰਦੇ ਛੱਤ ਜੀ ਪਾ ਦਿਓ। ਵੈਨਕੂਵਰ ਦੇ ਵਿੱਚ ਇੱਕ ਬੈਂਚ ਹੈਗਾ ਵਾ, ਡੈਡੀਕੇਸ਼ਨ ਪ੍ਰੋਗਰਾਮ ਹੈਗਾ। ਤੁਸੀਂ ਇੱਕ ਡੈਡੀਕੇਟ ਕਰਨਾ ਵਾ ਬੈਂਚ, ਉਹਦੀ 6 ਮਹੀਨੇ ਵੇਟ ਆ ਇਸ ਵੇਲੇ। ਜੇ ਕਿਸੇ ਨੇ ਬੈਂਚ ਆਪਦੇ ਨਾਂ ਦਾ, ਆਪਦੇ ਬਜ਼ੁਰਗ ਦੇ ਨਾਂ ਦਾ ਕਿਸੇ ਦਾ ਲਵਾਉਣਾ 6 ਮਹੀਨੇ, ਤੇ ਅਸੀਂ ਕਿਉਂ ਨਹੀਂ ਉਹ ਪਲਾਨ ਲਿਆ? ਅਸੀਂ ਉਹ ਇੱਕ ਜਿਹੜਾ ਬੈਂਚ ਡੈਡੀਕੇਸ਼ਨ ਪ੍ਰੋਗਰਾਮ ਲਿਆਵਾਂਗੇ ਤਾਂ ਕਿ ਜਿਹੜੇ ਬਜ਼ੁਰਗਾਂ ਨੂੰ ਲੋੜ ਆ ਉਹਨਾਂ ਨੂੰ ਵੀ ਸੀਟਿੰਗ ਵੱਜੇ, ਜਿਹੜੇ ਪੇਰੈਂਟਸ ਨੇ ਵੀ ਜਾਣਾ ਜੇ ਪਾਰਕਸ ਦੇ ਵਿੱਚ ਆਪਦੇ ਬੱਚਿਆਂ ਨੂੰ ਖੇਡਣ ਲੈ ਕੇ ਜਾਣ ਨੂੰ, ਉਹਨਾਂ ਦੇ ਵੀ ਕੰਮ ਆ ਸਕਣ। ਸੋ ਇਹ ਪਲਾਨ ਜਿਹੜੀਆਂ ਨੇ, ਔਰ ਇੱਕ ਇਹ ਕਿਹਾ ਵੀ ਸਾਡੇ ਬੱਚਿਆਂ ਲਈ ਜਿਹੜੇ ਝੂਲੇ ਅੱਜ ਕੱਲ੍ਹ ਮਾਡਰਨ ਜਿਹੜੀ ਪਲੇਗਰਾਊਂਡ ਹੁੰਦੀ ਬੱਚਿਆਂ ਲਈ ਚਾਹੀਦੀ, ਉਹ ਮਿਸਿੰਗ ਨੇ। ਉਹ ਅਸੀਂ ਕਿਹਾ ਵੀ ਜਿੰਨੇ ਵੀ ਟਾਊਨ ਸੈਂਟਰ ਨੇ ਸਾਡੇ, ਨਿਊਟਨ ਹੋ ਗਿਆ, ਗ੍ਰੀਨ ਟਿੰਬਰ ਹੋ ਗਿਆ, ਵਾਲੀ ਹੋ ਗਿਆ, ਸਾਊਥਰੀ ਹੋ ਗਿਆ, ਫਲੀਟਵੁੱਡ, ਕਲੋਵਰਡੇਲ, ਉਹਨਾਂ ਹਰੇਕ ਦੇ ਵਿੱਚ ਇੱਕ ਇਹੋ ਜਿਹਾ ਆਧੁਨਿਕ ਜਿਹੜਾ ਨਾ ਮਾਡਰਨ ਉਹ ਪਲੇਗਰਾਊਂਡ ਲੈ ਕੇ ਆਵਾਂਗੇ ਤਾਂ ਕਿ ਬੱਚੇ ਜਿਹੜੇ ਆ ਉਹ। ਸੋ ਜਿਹੜੀ ਸਾਡੀ ਪਲਾਨ ਆ ਉਹ ਬੜੀ ਸਿੰਪਲ ਆ ਔਰ ਵੈਲ ਥਾਟ ਪਲਾਨ ਆ। ਇਕੱਲੀ ਅਸੀਂ ਨਹੀਂ ਉਹ ਕਰੀ ਹੈਗੀ, ਉਹਦੇ ਨਾਲ ਅਸੀਂ ਐਕਸਪਰਟਸ ਵੀ ਬਿਠਾਏ ਤਾਂ ਕਿ ਉਹਨਾਂ ਦੀ ਸਲਾਹ ਨਾਲ ਬਣਾਈ। ਸੋ ਇੱਕ ਸਾਡੇ ਕੋਲ ਜਦੋਂ ਦੇਖਦੇ ਹਾਂ ਪ੍ਰੋਫੈਸ਼ਨਲ ਐਕਸਪੀਰੀਅੰਸ ਵੀ ਹੈਗਾ, ਜਦੋਂ ਸਾਡੀ ਟੀਮ ਨੂੰ ਵੀ ਦੇਖੋ ਨਾ ਤੁਸੀਂ, ਯੂਨਾਈਟਿਡ ਸਰੀ ਦੀ ਬੜੀ ਡਾਈਵਰਸ ਟੀਮ ਆ, ਕਲਚਰਲ ਪਰਸਪੈਕਟਿਵ ਤੋਂ ਕਿੱਥੇ ਉਹ ਰਹਿੰਦੇ ਆ, ਟੈਲੈਂਟ ਕੀ ਬ੍ਰਿੰਗ ਕਰ ਰਹੇ ਆ, ਉਹਨੂੰ ਦੇਖਦੇ ਆ। ਔਰ ਪੋਲੀਟੀਕਲ ਪਾਰਟੀਆਂ ਵੀ ਦੇਖੋ, NDP ਦੇ ਜਸਵੀਰ ਸੰਧੂ MP ਰਹਿ ਚੁੱਕੇ, ਉਹ ਵੀ ਸਾਡੇ ਨਾਲ ਰਨ ਕਰਦੇ, ਕੰਜ਼ਰਵੇਟਿਵ ਦੇ ਜੈਬਰਿਜ ਵੀ। ਜਦੋਂ ਇਹ ਚੀਜ਼ਾਂ ਦੇਖਦੇ ਹੈਗੇ ਆ, ਇੱਕ ਐਸੀ ਟੀਮ ਹੈਗੀ ਆ। ਜਦੋਂ ਪ੍ਰੋਫੈਸ਼ਨਲ ਐਕਸਪੀਰੀਅੰਸ ਦੀ ਗੱਲ ਕਰੀਏ, ਸਾਡੇ ਕੋਲ ਪ੍ਰੋਫੈਸ਼ਨਲ ਐਕਸਪੀਰੀਅੰਸ ਵੀ ਆ, ਪੋਲੀਟੀਕਲ ਐਕਸਪੀਰੀਅੰਸ ਵੀ ਆ, ਟੀਮ ਵੀ ਬੜੀ ਸਟਰੋਂਗ ਆ, ਅਤੇ ਲੋੜ ਜਿਹੜੀ ਹੈਗੀ ਆ ਇਸ ਵੇਲੇ, ਔਰ ਪਾਲਿਸੀ ਵੀ ਸਟਰੋਂਗ ਆ। ਜਦੋਂ ਸਾਰੀਆਂ ਚੀਜ਼ਾਂ ਸਟਰੋਂਗ ਹੈਗੀਆਂ, ਇੱਕ ਵਧੀਆ ਆਲਟਰਨੇਟ ਜਿਹੜਾ ਅਸੀਂ ਲੈ ਕੇ ਆਏ ਹਾਂ ਮੌਜੂਦਾ ਸਰਕਾਰ ਤੋਂ, ਔਰ ਉਹਦੇ ਵਿੱਚ ਸਾਨੂੰ ਲੋੜ ਹੈਗੀ ਵੋਟਰਸ ਦੀ। ਅੱਜ ਵੋਟਰਸ ਕੋਲ ਮੌਕਾ ਹੈਗਾ, ਜੇ ਉਹ ਚਾਹੁੰਦੇ ਆ ਵੀ ਸਰੀ ਦਾ ਭਵਿੱਖ ਵਧੀਆ ਬਣਾਉਣਾ ਆਉਣ ਵਾਲੇ 4 ਸਾਲਾਂ 'ਚ, ਤਾਂ ਉਹਨਾਂ ਨੂੰ ਚੇਂਜ ਤਾਂ ਉਹਨਾਂ ਨੇ ਹੈਗਾ, ਇਹ ਮਹਿਸੂਸ ਕਰ ਚੁੱਕੇ ਵੀ ਚੇਂਜ ਚਾਹੀਦੀ ਆ। ਉਹ ਤਾਂ ਉਹਨਾਂ ਨੇ ਡਿਸਾਈਡ ਕਰ ਲਿਆ ਵੀ ਅਸੀਂ ਇਹ ਬਦਲ ਚਾਹੁੰਦੇ ਹਾਂ। ਪਰ ਉਹ ਬਦਲ ਦੇ ਵਿੱਚ ਇਸ ਵੇਲੇ ਜਿਹੜਾ ਬਦਲ ਹੈਗਾ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਰੀਜ਼ਨ, ਤਾਂ ਯੂਨਾਈਟਿਡ ਸਰੀ ਦੀ ਟੀਮ ਔਰ ਸੁਖ ਧਾਲੀਵਾਲ ਉਹਦੇ ਮੇਰਲ ਕੈਂਡੀਡੇਟ ਨੇ, ਅਤੇ ਉਹਨਾਂ ਨੂੰ ਵੋਟ ਪਾਉਣਗੇ ਤਾਂ ਮੈਂ ਵਾਅਦਾ ਕਰਦਾ ਔਰ ਦਾਅਵੇ ਨਾਲ ਵੀ ਕਹਿ ਸਕਦਾ ਕਿ 4 ਸਾਲਾਂ 'ਚ ਕਮਿਊਨਿਟੀ ਜਿਹੜੀ ਆ ਉਹ ਮਾਣ ਮਹਿਸੂਸ ਕਰੂ ਵੀ ਹਾਂ ਕੋਈ ਆਇਆ ਸੀ ਜਿਹਨੇ ਜਿਹੜੀਆਂ ਪੋਜ਼ੀਟਿਵ ਚੇਂਜਸ ਸਰੀ 'ਚ ਲਿਆਂਦੀਆਂ। ਇਕੱਲਾ ਮੇਰਾ ਨਹੀਂ ਉਹਦੇ ਨਾਲ, ਔਰ ਸਾਰੀ ਕਮਿਊਨਿਟੀ ਦਾ ਸਿਰ ਉੱਚਾ ਹੋਊ। ਦੂਜਾ ਕਰਨੇ ਵੀ ਹੈ ਨਾ, ਮੈਨੂੰ ਕਹਿੰਦੇ ਉਹ ਕਾਹਦੇ ਕਿਉਂ ਹੋ ਤੂੰ ਸੋਚ ਸਕਦਾ। ਮੈਂ ਕਿਹਾ ਦੇਖੋ, ਅੱਜ ਮੇਰਾ ਕੈਰੀਅਰ ਦੇ ਵਿੱਚ ਮੇਰਾ ਇਮੇਜ ਆ, ਮੇਰੇ ਅਪੋਨੈਂਟ ਵੀ ਕਹਿੰਦੇ ਆ ਵੀ ਬਹੁਤ ਵਧੀਆ MP ਹੈ, ਇੱਦੋਂ ਵਧੀਆ MP ਜਿਹੜਾ ਹੈ ਉਹ ਨਹੀਂ ਹੈਗਾ। ਇਹ ਆਮ ਕਹਿੰਦੇ ਆ ਮੈਨੂੰ ਆ ਕੇ। ਜੇ ਅੱਜ ਮੈਂ ਉਹ ਪੋਜ਼ੀਟਿਵ ਇਮੇਜ ਲੈ ਕੇ ਜਾ ਰਿਹਾ,
ਮੈਂ ਆਪਣਾ ਨੈਗੇਟਿਵ ਇਮੇਜ ਲਈ ਤਾਂ ਨਹੀਂ ਜਾਣਾ ਹੁਣ ਇਹਦੇ ਵਿੱਚ ਮੇਅਰ ਐਂਡ ਕਾਉਂਸਲ 'ਚ, ਉੱਥੇ ਕਿਸੇ ਤੋਂ ਵਧੀਆ ਹੀ ਕਰੂੰਗਾ ਤਾਂ ਕਿ ਉਹ ਮੇਰੇ ਲਈ ਵੀ ਔਰ ਸਾਡੀ ਕਮਿਊਨਿਟੀ ਲਈ ਵੀ ਮਾਣ ਹੋਵੇ। ਜੀ ਬਿਲਕੁਲ ਧਾਲੀਵਾਲ ਸਾਹਿਬ, ਤੁਸੀਂ ਇਹ ਤਾਂ ਦੱਸ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਮੇਅਰ ਬਣਦੇ ਆ ਤਾਂ ਇਹ ਬਦਲਾਅ ਅਸੀਂ ਲਿਆਵਾਂਗੇ ਸਰੀ ਦੇ ਵਿੱਚ। ਪਰ ਹੁਣ ਉਹ ਚੀਜ਼ਾਂ ਤੁਸੀਂ ਹੁਣੇ ਕਿਹਾ ਕਿ ਜੇ ਕਿਸੇ ਨੇ ਰੈਨੋਵੇਸ਼ਨ ਕਰਨੀ ਆ ਤਾਂ ਇੰਨੇ ਟਾਈਮ ਦੇ ਵਿੱਚ ਉਹਨਾਂ ਨੂੰ ਪਰਮਿਟ ਮਿਲ ਜੂਗਾ, ਪਰਮਿਟਸ ਦੀ ਗੱਲ ਆ। ਅੱਜ ਕੱਲ ਕੀ ਹੋ ਰਿਹਾ, ਲੋਕਾਂ ਨੂੰ ਬਹੁਤ ਜ਼ਿਆਦਾ ਵੇਟ ਕਰਨੀ ਪੈ ਰਹੀ ਹੈ ਤੇ ਹੁਣ ਸਰੀ ਦੇ ਵਿੱਚ ਅਜਿਹੀਆਂ ਨਜਾਇਜ਼ ਉਸਾਰੀਆਂ ਮੈਂ ਕਹੂੰਗੀ ਹੋਈਆਂ ਘਰਾਂ ਦੇ ਵਿੱਚ ਇੱਕ ਬੇਸਮੈਂਟ ਲੀਗਲ ਹੈ ਤੇ 2 ਇਲਲੀਗਲ ਬੇਸਮੈਂਟ ਬਣੀਆਂ ਹੋਈਆਂ ਨੇ। ਹੁਣ ਪਿਛਲੇ ਟਾਈਮ ਦੇ ਵਿੱਚ ਅਸੀਂ ਦੇਖਿਆ ਸੀ ਕਿ ਇੱਕ ਘਰ ਦੇ ਵਿੱਚ ਡਰਾਈਵੇ ਜਿਹੜਾ ਉਹ ਇਲਲੀਗਲ ਸੀਗਾ, ਢਾਇਆ ਗਿਆ, ਉਹ ਕੋਰਟ ਨੇ ਉਹਨਾਂ ਨੂੰ ਦੱਸਿਆ। ਹੁਣ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਨੇ ਸਰੀ ਦੇ ਵਿੱਚ ਜਿਹੜੀਆਂ ਬਣੀਆਂ ਹੋਈਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਨਹੈਰਿਟ ਮਿਲਣੀਆਂ ਨੇ, ਹੁਣ ਉਹਨਾਂ ਨਾਲ ਕਿਵੇਂ ਡੀਲ ਕਰੋਗੇ? ਸਾਨੂੰ ਪਹਿਲੀ ਗੱਲ ਤਾਂ ਇਹ ਵੀ ਇਹ ਬਣੀਆਂ ਕਿਉਂ, ਇਹ ਇਲੀਗਲ ਬਣੀਆਂ ਕਿਉਂ ਕੰਸਟਰਕਸ਼ਨ, ਉਹਦੇ ਵਿੱਚ ਕਾਰਨ ਆ। ਕਿਉਂਕਿ ਮੈਂ ਉਹਨੂੰ ਸੋਚ ਰਿਹਾ, ਦੇਖ ਰਿਹਾ ਕਿ ਜਦੋਂ ਪਲਾਨ ਜਾਂਦੀ ਆ ਪਲਾਨਿੰਗ ਕੋ, ਪਲਾਨ ਚੈਕਰ ਨੂੰ ਇਹ ਪਤਾ ਵਾ, ਮੈਂ ਕਹਿੰਦਾ ਵੀ ਅਸਲੀ ਪਲਾਨ ਲੈ ਜਾਂਦੇ ਆ ਬਣਾ ਕੇ ਵੀ ਅਸੀਂ 2 ਸਵੀਟਸ ਬਣਾਉਣੀਆਂ, ਉਹਦੇ ਵਿੱਚੋਂ ਕਾਟੇ ਮਾਰਨਗੇ ਵੀ ਆਹ ਜੀ ਇੱਥੇ ਡੋਰ ਨਹੀਂ ਰੱਖ ਸਕਦੇ ਤੁਸੀਂ, ਡੋਰ ਉਹ ਰੱਖ ਸਕਦੇ ਹਾਂ ਅਸੀਂ, ਪਰ ਉਹ ਕਹਿਣਗੇ ਜੀ ਇਹ ਡੋਰ ਜਿਹੜਾ ਹੈਗਾ ਇਹ ਇੰਟੈਂਸ਼ਨ ਜਿਹੜੀ ਹੈ ਤੁਹਾਡੀ ਸੈਕੰਡ ਬੇਸਮੈਂਟ ਦੀ ਆ, ਇਹ ਬੰਦ ਕਰੋ ਜੀ। ਆਹ ਵਾਸ਼ਰੂਮ ਦੇ ਵਿੱਚ ਤੁਸੀਂ 2 ਪੀਸ ਲਾ ਸਕਦੇ ਆ, ਤੀਜਾ ਨਹੀਂ ਲਾ ਸਕਦੇ। ਉਹ ਜਿਹੜੇ ਪਹਿਲਾਂ ਹੀ ਉਹ ਕੀ ਕਰਦੇ ਆ, ਅੱਜ ਇੱਥੇ ਕਿਚਨ ਬਣਾ ਲਓਗੇ, ਇੱਥੇ ਤੁਸੀਂ ਇਹ ਪਲੱਗ ਨਹੀਂ ਇਹੋ ਜਿਹੇ ਲਾ ਸਕਦੇ। ਉਹਦੇ ਨਾਲ ਕੀ ਹੋਇਆ, ਲੋਕ ਪਹਿਲਾਂ ਦੂਜੇ ਦਿਖਾਉਂਦੇ ਆ, ਫਿਰ ਪਰਮਿਟ ਤਾਂ ਮਿਲਦਾ ਨਹੀਂ, ਫਿਰ ਉਹ ਇਲੀਗਲ ਕੰਸਟਰਕਸ਼ਨ। ਜੇ ਪਹਿਲਾਂ ਹੀ ਮੈਂ ਪਲੈਨਿੰਗ ਡਿਪਾਰਟਮੈਂਟ ਕੋਲ ਜਾ ਕੇ ਕਹਿਣਾ ਵੀ ਹੁਣ 2 ਸਵੀਟਸ ਦਾ ਨੋਰਮ ਬਣ ਚੁੱਕਿਆ। ਦੇਖੋ ਸਰੀ ਦੇ ਵਿੱਚ ਜਿਹੜੇ ਘਰ ਨੇ ਉਹਨਾਂ ਦੇ ਵਿੱਚ 2 ਸਵੀਟਸ ਜਿਹੜੀਆਂ ਨੇ ਨਾਰਮਲ ਹੋ ਗਈਆਂ ਨਾ, ਤੁਸੀਂ ਵੀ ਸਹਿਮਤ ਹੋਵੋਗੇ, ਕਿਉਂਕਿ ਉਹ ਜੇ ਨਾਰਮ ਬਣ ਚੁੱਕਿਆ ਤਾਂ ਅਸੀਂ ਕਿਉਂ ਉਹਨਾਂ ਨੂੰ ਇਨਕਰੇਜ ਕਰਦੇ ਹਾਂ ਕਿ ਉਹ ਜਿਹੜਾ ਇਲੀਗਲ ਕੰਸਟਰਕਸ਼ਨ ਕਰਨ, ਬਜਾਏ ਇਲੀਗਲ ਕੰਸਟਰਕਸ਼ਨ ਕਰਨ ਦੇ ਜਦੋਂ ਪਹਿਲਾਂ ਹੀ ਪਲਾਨ ਆਉਂਦੀ ਆ, ਉਹ ਪਲਾਨ ਜੇ ਅਗਲਾ ਲੈ ਕੇ ਆਉਂਦਾ 2 ਬੇਸਮੈਂਟਸ ਜਿਹੜੀਆਂ ਦੀਵੀਆਂ ਨੇ ਵੀ ਬਣਦੀਆਂ ਨੇ, ਐਟਲੀਸਟ ਉਹ ਕੋਡ ਦੇ ਹਿਸਾਬ ਨਾਲ ਤਾਂ ਬਣੀਆਂ, ਉਹਦੇ ਨਾਲ ਇੱਕ ਤਾਂ ਉਹਨਾਂ ਦੀ ਸੇਫਟੀ ਹੋ ਗਈ, ਦੂਸਰੀ ਗੁਆਂਢੀਆਂ ਦੀ ਸੇਫਟੀ ਹੋ ਗਈ, ਤੀਜਾ ਇਸ ਵੇਲੇ ਅਸੀਂ ਬਾਈਲਾ ਡਿਪਾਰਟਮੈਂਟ ਜਿਹੜਾ ਉਹ ਇਹਨਾਂ ਕੰਮਾਂ ਤੇ ਬਿਜੀ ਕੀਤਾ। ਕਿਉਂ? ਹੁਣ ਤੁਸੀਂ ਦੇਖੋ ਨਾ ਟਿਕਟਾਂ ਹੀ ਭੇਜੀ ਜਾਂਦੇ, ਅੱਜ 500 ਕੱਲ੍ਹ ਨੂੰ 500। ਉਹਦਾ ਕਾਰਨ ਆ ਕਿ ਹੁਣ ਇਹ ਦਿਖਾਉਣਾ ਚਾਹੁੰਦੇ ਸੀ ਲੋਕਾਂ ਨੂੰ, ਆਪਦੀ ਵੋਟ ਬੈਂਕ ਦੂਜੀ ਇਕੱਠੀ ਕਰ ਲਈ ਵੀ ਅਸੀਂ। ਉਹਦੇ ਵਿੱਚ ਅਸੀਂ ਮੂਵਿੰਗ ਫਾਰਵਰਡ ਮੈਂ ਮੇਕ ਸ਼ੋਰ ਕਰਨਾ ਵੀ ਜੇ 2 ਬੇਸਮੈਂਟਸ ਬਣ ਕੇ ਲੈ ਕੇ ਆਉਂਦਾ ਪਲਾਨ, ਤੇ ਜਦੋਂ ਨੋਰਮਲ ਦੱਸਾਂਗਾ ਅਸੀਂ ਉਹ ਤੋਂ ਪੁੱਛੋ ਵੀ ਇੰਨੀ ਪਾਰਕਿੰਗ ਚਾਹੀਦੀ, ਉਹਦੇ ਨਾਲ ਅਸੀਂ ਐਸਟੀਮੇਟ ਵੀ ਕਰ ਸਕਦੇ ਹਾਂ ਵੀ ਕਿੰਨੇ ਸਕੂਲ ਚਾਹੀਦੇ, ਕਿੰਨੇ ਪਾਰਕ ਚਾਹੀਦੇ, ਕਿੰਨੀ ਸਾਨੂੰ ਕਪੈਸਿਟੀ ਚਾਹੀਦੀ ਹਰੇਕ ਚੀਜ਼ ਦੀ। ਤਾਂ ਕਰਕੇ ਜਿਹੜਾ ਮੈਂ ਇਹ ਕਿਹਾ ਵੀ 2 ਬੇਸਮੈਂਟ ਜਿਹੜੀਆਂ ਹੈਗੀਆਂ ਨੇ, ਮੈਂ ਉਹਦਾ ਵੇ ਆਊਟ ਲੱਭਣਾ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਲੀਗਲ ਕੀਤਾ ਜਾਵੇ। ਮੂਵਿੰਗ ਫਾਰਵਰਡ ਜਿਹੜਾ ਹੈ, ਜੇ ਕੋਈ ਕਹੇ ਵੀ ਮੈਂ 4 ਬਣਾ ਲੂੰ, 5 ਬਣਾ ਲੂੰ, 7 ਬਣਾ ਲੂੰ, 8 ਵੀ ਸੁਣਨ 'ਚ ਆਇਆ ਵੀ ਇਹਨਾਂ ਨੇ ਲੋਕਾਂ ਨੇ, ਉਹ ਜਿਹੜੀ ਚੀਜ਼ ਆ ਉਹ ਮੈਂ ਐਕਸੈਪਟ ਨਹੀਂ ਕਰਨੀ। ਇਹ ਨਹੀਂ ਵੀ ਇੱਕ ਹੁਣ ਪੰਜਾਬੀ ਮੇਅਰ ਬਣ ਗਿਆ ਤਾਂ ਹਰ ਚੀਜ਼ ਜਿਹੜੀ ਹੈਗੀ ਆ ਉਹ ਕਮਿਊਨਿਟੀ ਦੇ ਆਉਣ ਲੱਗੀ ਸੀ, ਕਿਉਂਕਿ ਕਈ ਵਾਰੀ ਹੋ ਜਾਂਦਾ ਕਿ ਅਸੀਂ ਕਹਿੰਦੇ ਆ ਕਿ ਸਾਡੀ ਕਮਿਊਨਿਟੀ ਦੇ ਲੋਕ ਨੇ ਤੇ ਤੁਹਾਨੂੰ ਤਾਂ ਸਾਰੀ ਕਮਿਊਨਿਟੀ ਜਿਹੜੀ ਆ ਉਹ ਪਰਿਵਾਰ ਦਾ ਮੈਂਬਰ ਸਮਝਦੀ ਹੈ। ਸੋ ਇਹ ਨਾ ਹੋਵੇ ਕਿ ਕੱਲ ਨੂੰ ਇਹ ਹੋ ਜਾਵੇ ਕਿ ਨਹੀਂ ਜੇ ਇਹ ਮੇਅਰ ਹੈ ਤਾਂ ਚਲੋ ਅਸੀਂ ਕੁਝ ਵੀ ਕਰਵਾ ਸਕਦੇ ਹਾਂ। ਸੋ ਇਹ ਚੀਜ਼ਾਂ ਪੋਸੀਬਲ ਹੋ ਸਕਦੀਆਂ ਆਉਣ ਵਾਲੇ ਸਮੇਂ? ਬਿਲਕੁਲ ਨਹੀਂ। ਇਹ ਅੱਜ ਦੀ ਪਹਿਲੇ ਮੈਂ ਅੱਜ ਕਲੀਅਰ ਕਰ ਰਿਹਾ ਵੀ ਤਾਂ ਹੀ ਮੈਂ ਦੇਖੋ ਨਾ, ਕੋਈ ਬੰਦਾ ਇਹ ਓਪਨਲੀ ਤਾਂ ਕਹਿ ਨਹੀਂ ਰਿਹਾ 2 ਬੇਸਮੈਂਟਸ ਬਾਰੇ। ਮੈਂ ਕਿਉਂ ਕਹਿ ਰਿਹਾ ਕਿਉਂਕਿ ਇਹ ਮਜਬੂਰੀ ਬਣ ਚੁੱਕੀ ਹੈ ਇਸ ਵੇਲੇ। ਜੇ ਮੈਂ ਉਹਨੂੰ ਕਹਾਂ ਵੀ ਕੋਈ ਇਹਨੂੰ ਸੋਲਵ ਕਰ ਦੂਗਾ, ਕੋਈ ਜਾਦੂ ਦੀ ਛੜੀ ਨਾਲ ਨਹੀਂ ਹੋਣੀ, ਉਦੋਂ ਬੈਟਰ ਹੈ ਕਿ ਅਸੀਂ ਉਹਨੂੰ ਫੈਸਿਲੀਟੇਟ ਕਰੀਏ। ਤਾਂ ਪਹਿਲੇ ਇਲੀਗਲ ਕੰਸਟਰਕਸ਼ਨ ਹੋਏਗੀ ਨਹੀਂ ਤੇ ਫਿਰ ਜੇ ਉਸ ਤੋਂ ਬਾਅਦ ਕੋਈ ਕਰਦਾ ਤਾਂ ਉਹਨੂੰ ਅਸੀਂ ਸਖਤੀ ਨਾਲ ਨਜਿੱਠੀਏ। ਠੀਕ ਹੈ, ਜਦੋਂ ਅਸੀਂ ਪਹਿਲਾਂ ਹੀ ਉਹਨਾਂ ਨੂੰ ਲੀਵੇ ਦੇਤਾ ਵੀ ਭਾਈ, ਮੈਂ ਦਾਅਵੇ ਨਾਲ ਕਹਿ ਸਕਦਾ ਕਮਿਊਨਿਟੀ ਵੀ ਮੇਰੀ ਸਪੋਰਟ ਕਰੂਗੀ। ਕਿਉਂ? ਉਹ ਕਹਿਣਗੇ ਵੀ ਹਾਂ ਇਹ ਸਹੀ ਗੱਲ ਆ। ਜਦੋਂ ਅੱਜ ਮੈਂ ਇਹ ਕਹਿ ਰਿਹਾ ਵੀ ਆਹੀ ਚੀਜ਼ ਮੈਂ ਐਕਸੈਪਟ ਕਰੂੰਗਾ, ਇਦੋਂ ਬਾਅਦ ਜੇ ਕੋਈ ਕਹੇ ਵੀ ਹੁਣ ਮੈਂ 5 ਬੇਸਮੈਂਟ, 7 ਬੇਸਮੈਂਟ, 8 ਬੇਸਮੈਂਟ, ਮੈਨੂੰ ਇਹ ਦਾਅਵੇ ਨਾਲ ਕਹਿ ਸਕਦਾ ਕਮਿਊਨਿਟੀ ਕਦੇ ਵੀ ਉਹਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੀ। ਇਨਫੈਕਟ ਕਮਿਊਨਿਟੀ ਸਾਨੂੰ ਕਹਿੰਦੀ ਆ ਕੇ ਵੀ ਠੀਕ ਹੈ ਸੁਖ ਵੀ 2 ਬੇਸਮੈਂਟਸ ਦੇ ਨਾਲ ਆਲਰੇਡੀ ਸਿਟੀ ਵੀ ਹੁਣ ਟੈਕਸ ਲੈਣ ਲੱਗੀ 2 ਬੇਸਮੈਂਟ ਦਾ। ਜਦੋਂ 2 ਬੇਸਮੈਂਟ ਦਾ ਟੈਕਸ ਲੈਣ ਲੱਗੀ, ਤੁਸੀਂ ਪਹਿਲਾਂ ਹੀ ਪਲਾਨ ਉਹਨਾਂ ਦੀ ਉਹ ਅਪਰੂਵ ਐਸਾ ਨਾ ਕਰੋ ਵੀ ਪਤਾ ਹੀ ਆ ਇਹ ਬੇਸਮੈਂਟ ਬਣਨੀ, ਬਜਾਏ ਕਿ ਇਲੀਗਲ ਕੰਸਟਰਕਸ਼ਨ ਹੋਵੇ। ਸੋ ਇਹ ਚੀਜ਼ ਜਿਹੜੀ ਮੈਂ ਲੈ ਕੇ ਆਉਂਗਾ। ਹੋਰ ਬਹੁਤ ਸਾਰੇ ਇਸ਼ੂ ਨੇ ਜਿਨ੍ਹਾਂ ਦੇ ਵਿੱਚੋਂ ਸੜਕਾਂ ਦਾ ਇਸ਼ੂ ਬਹੁਤ ਜ਼ਿਆਦਾ ਹੈ, ਕਨੈਕਟੀਵਿਟੀ ਦਾ ਵੀ ਇਸ਼ੂ ਬਹੁਤ ਜ਼ਿਆਦਾ ਹੈ। ਸੜਕਾਂ ਤੁਸੀਂ ਦੇਖ ਲਓ ਕਿ ਸਾਨੂੰ ਇੰਨਾ ਕੁ ਮਾੜਾ ਹਾਲ ਹੈ ਕਿ ਸਾਨੂੰ ਨਾ, ਪਹਿਲਾਂ ਅਸੀਂ ਪੰਜਾਬ ਦੀ ਗੱਲ ਕਰਦੇ ਹੁੰਦੇ ਸੀ ਕਿ ਉੱਥੇ ਸਾਨੂੰ ਕੱਲਾ ਟੋਆ ਯਾਦ ਹੈ ਕਿ ਕਿੱਥੇ ਕਿੱਥੇ ਹੈ, ਤੇ ਹੁਣ ਸਰੀ ਦੇ ਵਿੱਚ ਵੀ ਇਹ ਹੈ, ਸਾਨੂੰ ਪਤਾ ਹੈ ਕਿ ਕਿੱਥੇ ਕਿੱਥੇ ਸੜਕ ਟੁੱਟੀ ਹੈ ਤੇ ਕਿੱਥੇ ਕਿੱਥੇ ਸਾਡੀ ਕਾਰ ਜਿਹੜੀ ਉਹ ਖਰਾਬ ਹੋ ਸਕਦੀ ਹੈ। ਫਿਰ ਕਨੈਕਟੀਵਿਟੀ ਹੈ ਕਿ ਬੱਸਾਂ ਦਾ ਬਹੁਤ ਇਸ਼ੂ ਹੈ। ਫਿਰ ਇਹ ਇਸ਼ੂ ਹੈ ਕਿ ਸਕਾਈ ਟ੍ਰੇਨ ਸਾਡੀ ਜਾਣੀ ਤਾਂ ਲਹਿੰਗਲੀ ਤੱਕ ਹੈ, ਪਰ ਉਹਦੇ ਨਾਲ ਸਾਡੀ ਸਰੀ ਨੂੰ ਕੋਈ ਜਿਹੜਾ ਫਾਇਦਾ ਨਹੀਂ ਹੈਗਾ, ਤੇ ਜਿਹੜੀ ਬਣਾਈ ਗਈ ਲਹਿੰਗਲੀ ਨੂੰ ਉਹ ਸਾਨੂੰ ਹੋਣੀ ਚਾਹੀਦੀ ਸੀ ਨਿਊਟਨ ਤੱਕ। ਹੁਣ ਸਾਰੇ ਕਹਿ ਰਹੇ ਕਿ ਨਿਊਟਨ ਤੱਕ ਬਣਾਈ ਜਾਊਗੀ। ਸੋ ਇਹ ਚੀਜ਼ਾਂ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ਾਂ ਨੂੰ ਕਿ ਇਹ ਚੀਜ਼ਾਂ ਸੜੀ ਦੀ ਲੋੜ ਹੈ? ਜਿਹੜੀ ਮੈਂ ਗੱਲ ਕਹਿਣੀ ਸੀਗੀ ਉਹ ਤੁਸੀਂ ਅਰਸ਼ਦੀਪ ਕਹਿ ਦਿੱਤੀ। ਹੁਣ ਪਹਿਲਾਂ ਜਦੋਂ ਪੈਸੇ ਇਨ ਪਲੇਸ ਸੀ, ਫਿਰ ਦੇਖੋ ਸਕਾਈ ਟ੍ਰੇਨ ਤੇ ਸਾਰੇ ਪੈਸੇ ਜਿਹੜੇ ਆ 40% ਫੈਡਰਲ ਗਵਰਨਮੈਂਟ ਨੇ ਲਾਇਆ, 40 ਪ੍ਰੋਵਿੰਸ਼ੀਅਲ ਨੇ ਲਾਇਆ। ਠੀਕ ਹੈ ਨਹੀਂ?
ਉਹਦੇ ਵਿੱਚ ਜਿਹੜੀ ਪਹਿਲਾਂ ਅਲਾਈਨਮੈਂਟ ਸੀ, ਪੈਸੇ ਤਾਂ ਪਹਿਲਾਂ ਵੀ ਆਏ ਹੋਏ ਸੀ, ਮੇਅਰ ਮੁਕੱਲਮ ਤੋਂ ਪਹਿਲਾਂ ਵੀ ਜਿਹੜੇ ਪੈਸੇ, ਕਿਉਂਕਿ ਉਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਕਿਹਾ ਉਹ ਨਿਊਟਨ ਨੂੰ ਲਾਈਨ ਆ ਰਹੀ ਸੀ। ਜੇ ਇਹਨਾਂ ਨੇ ਨਿਊਟਨ ਦਾ ਜਿੰਨਾ ਫਿਗਰ ਸੀਗਾ, ਇਹਨਾਂ ਨੇ ਨਿਊਟਨ ਤੋਂ ਸਕਾਈ ਟ੍ਰੇਨ ਬੰਦ ਕਰਕੇ ਨਿਊਟਨ ਦੇ ਲੋਕਾਂ ਦਾ ਨੁਕਸਾਨ ਕਰਕੇ ਸਿਰਫ ਲੈਂਗਲੀ ਨੂੰ, ਕਿਉਂਕਿ ਇਹਦੇ ਚਹੇਤਿਆਂ ਨੇ ਇਹਨੂੰ ਕਿਹਾ ਹੋਣਾ, ਸ਼ਾਇਦ ਉਹਨਾਂ ਦੀਆਂ ਪ੍ਰਾਪਰਟੀਜ਼ ਉੱਥੇ ਲੱਗੀਆਂ ਹੋਣ, ਮਤਲਬ ਕੁਝ ਵੀ ਹੋ ਸਕਦਾ, ਉਹਦੇ ਕਰਕੇ ਇਹਨਾਂ ਨੇ ਲੈਂਗਲੀ ਨੂੰ ਸਰਵ ਕੀਤਾ। ਮੈਂ ਦਾਅਵੇ ਨਾਲ ਕਹਿੰਦਾ ਕਿ ਇਹ ਜੇ ਇਹਨਾਂ 'ਚ ਇੰਨੀ ਸੀ ਤਾਂ ਪਹਿਲਾਂ ਇਹਨੂੰ ਨਿਊਟਨ, ਕਿਉਂਕਿ ਸਾਰੀਆਂ ਨਾਰਥ ਸਾਊਥ ਤਾਂ ਟ੍ਰੈਫਿਕ ਦੀ ਵੱਡੀ ਪ੍ਰੋਬਲਮ ਆਈ ਪਈ ਆ। ਤੁਸੀਂ ਸਕਾਟ ਰੋਡ ਲਾ ਲਓ, 128, 132, 140, 144, 152 ਭਰੀਆਂ ਹੀ ਜਾ ਰਹੀਆਂ ਜਗਤ। ਉਹ ਜੇ ਪਹਿਲਾਂ ਹੀ ਸਕਾਈ ਟ੍ਰੇਨ ਇੱਧਰ ਨੂੰ ਲਿਆਉਂਦੇ ਤਾਂ ਸਾਡੇ ਬੱਚਿਆਂ ਦਾ ਵੀ ਫਾਇਦਾ, ਜਿਹੜੇ UBC ਜਾਂਦੇ ਆ, SFU ਜਾਂਦੇ ਆ, ਤਾਂ ਉਹਨਾਂ ਨੂੰ ਸਕਾਈ ਟ੍ਰੇਨ ਇੱਥੋਂ ਜਿਹੜੀ ਸੀ ਉਹ ਫੜ ਸਕਦੇ ਸੀ। ਅੱਜ ਇਹ ਤੋਂ ਸਕਾਈ ਟ੍ਰੇਨ ਦਾ ਪ੍ਰੋਜੈਕਟ ਜਿਹੜਾ ਉਹ ਫਿਨਿਸ਼ ਨਹੀਂ, ਇੱਕ ਵਾਰ ਵੀ ਇਹ ਆਟੋਵਾ 'ਚ ਨਹੀਂ ਗਏ ਵੀ ਸਕਾਈ ਟ੍ਰੇਨ ਦੇ ਪੈਸੇ, ਉਹ ਤਾਂ ਕੁਦਰਤੀ ਅਸੀਂ ਐਜ਼ MPs ਆਪਣਾ ਰੋਲ ਅਦਾ ਕੀਤਾ। ਸਰੀ ਦੇ ਜਿਹੜੇ MP ਸੀ ਵੀ ਅਸੀਂ ਇਹ ਫੰਡਿੰਗ ਜਿਹੜੀ ਆ ਇੱਥੇ ਲੈ ਕੇ ਆਉਣੀ, ਉਸ ਤੋਂ ਬਾਅਦ ਇਹਨਾਂ ਤੋਂ ਪ੍ਰੋਜੈਕਟ ਨਹੀਂ ਹੈਂਡਲ ਹੋਇਆ। ਹੁਣ ਇਸ ਵੇਲੇ ਸਕਾਈ ਟ੍ਰੇਨ ਦਾ ਪ੍ਰੋਜੈਕਟ ਪਤਾ ਕਿਹਦੇ ਕੋਲ ਹੈ? ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ ਆ। ਪ੍ਰੋਵਿੰਸ਼ੀਅਲ ਗਵਰਨਮੈਂਟ ਉਹਨੂੰ ਐਡਮਿਨਿਸਟ੍ਰੇਸ਼ਨ ਕਰਦੀ। ਇਹ ਸਰੀ ਦਾ ਪ੍ਰੋਜੈਕਟ ਨਹੀਂ ਰਿਹਾ, ਉਹਨਾਂ ਦਾ ਪ੍ਰੋਜੈਕਟ ਆ। ਉਹ ਕਹਿੰਦੇ ਅਸੀਂ ਇਹਨੂੰ ਬਿਲਡ ਕਰਾਂਗੇ, ਕਿਉਂਕਿ ਉਹਨਾਂ ਨੂੰ ਕੌਨਫੀਡੈਂਸ ਹੀ ਨਹੀਂ ਹੈ ਇਹ ਮੇਅਰ ਤੇ ਉਹਨਾਂ ਦੀ ਟੀਮ ਦੇ ਵਿੱਚ ਇਹ ਕਰ ਸਕਦੇ। ਦੂਸਰਾ ਪੁਲਿਸ ਦੇ ਸੀਗਾ, ਇਹ ਕਈ ਤਾਂ ਜਾਂਦੇ ਆ ਵੀ ਆਈ ਗੈਟ ਥਿੰਗਸ ਡਨ, ਇੱਕੋ ਚੀਜ਼ ਇਹ ਗੈਟ ਥਿੰਗਸ ਡਨ ਕਰਦਾ ਕਿਹਦੇ ਲਈ? ਜਿਹੜੇ ਉਹ ਮਾਫੀਆ ਵਾ, ਉਹਨਾਂ ਦੇ ਪ੍ਰੋਜੈਕਟਸ ਜਿਹੜੇ ਨੇ ਉਹ ਸਪੈਸ਼ਲ ਮੀਟਿੰਗਾਂ ਕਰਕੇ ਉਹ ਕੱਢੀ ਜਾ ਰਹੇ ਆ। ਉਹਦੇ ਵਿੱਚ ਇਹਨਾਂ ਨੇ ਐਥਿਕਸ ਕਮਿਸ਼ਨਰ ਵੀ ਭੰਗ ਕਰ ਦਿੱਤਾ। ਜੋ ਧੱਜੀਆਂ ਉਡਾਉਣੀਆਂ ਸੀ ਉਹ ਸਾਰੀਆਂ ਉਡਾ ਕੇ ਵੀ ਉਹਨਾਂ ਦੇ ਸਪੈਸ਼ਲ ਮੀਟਿੰਗਸ ਕਰਕੇ ਪਰ ਜਦੋਂ ਆਉਂਦੀ ਆ ਸਰੀ ਦੇ ਲੋਕਾਂ ਲਈ ਜਿਹੜੀ ਚੀਜ਼ ਲੋੜ ਆ, ਉਹਦੇ ਵਿੱਚ ਇਹਨਾਂ ਨੇ ਕੁਛ ਨਹੀਂ। ਸੜਕਾਂ ਦਾ ਹਾਲ ਤੁਸੀਂ ਗੱਲ ਕਰ ਲਓ, ਅਸੀਂ ਕਿਉਂ ਨਹੀਂ ਪੇ ਅਟੈਂਸ਼ਨ ਕਰਦੇ? ਠੀਕ ਹੈ ਨਾ। ਸੋ ਇਹ ਜਿਹੜਾ ਹੈ ਆਮ ਬੰਦੇ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਜਿਹੜਾ ਵਾ ਅਸੀਂ ਕੰਮ, ਇਹ ਪਤਾ ਆਮ ਅੱਗੇ ਕਹਾਵਤ ਰਹੀ ਹੈ। ਤੁਸੀਂ ਆਪਣੇ ਤੁਹਾਡੇ ਜਿਹੜੇ ਦਰਸ਼ਕ ਆ ਉਹ ਵੀ ਉਹ ਕਹਿਣਗੇ ਜੀ, ਮੈਨੂੰ ਵੀ ਪੁੱਛਣਗੇ ਸੌਸਰੀ 'ਚ ਕਿਵੇਂ ਚੱਲ ਰਹੀ ਹੈ ਕੰਪੇਨ। ਉਹ ਮੈਂ ਕਿਹਾ ਗੱਲ ਸੁਣੋ ਭਾਈ, ਇਹੀ ਚੀਜ਼ ਤੁਹਾਡੇ ਦਿਮਾਗਾਂ 'ਚ ਪਾਈ ਹੋਈ ਆ ਉਹਨਾਂ ਨੇ ਵੀ ਅੱਜ ਤਾਈਂ ਮੇਅਰ ਤੁਸੀਂ ਬਣਾਉਣੇ ਹੋ ਸਾਊਥ ਆਫ ਹਾਈਵੇ 99, ਉਹ ਜਿਹੜਾ ਪਰੇ ਹਾਈਵੇ ਨਹੀਂ ਜਾਂਦਾ ਨਾਲ ਮਡਵੇ ਦੇ, ਵੀ ਉਦੋਂ ਪਰੇ ਮੇਅਰ ਬਣ ਜਾਂਦਾ। ਮੈਂ ਕਿਹਾ ਐਤਕੀ ਲੋਕਾਂ ਨੇ ਹਿਸਟਰੀ ਕ੍ਰੀਏਟ ਕਰਨੀ, ਲਿਖ ਲਓ ਮੇਅਰ ਜਿਹੜਾ ਹੈਗਾ ਉਹ ਹਾਈਵੇ 99 ਤੋਂ ਨਾਰਥ ਵਾਲੇ ਪਾਸੇ ਬਣੂਗਾ। ਨਾਰਥ ਵਾਲੇ ਪਾਸੇ ਤਾਂ ਸਮਝ ਹੀ ਨਹੀਂ ਹੈ ਵੀ ਸਰੀ ਵੀ ਐਗਜ਼ਿਸਟ ਕਰਦੀ ਹੈ, ਸਾਊਥ ਸਰੀ ਨੂੰ ਲੈ ਕੇ ਇੱਧਰਲੇ ਪਾਸੇ ਧਿਆਨ ਦਿੱਤਾ ਹੀ ਨਹੀਂ ਮੇਅਰ ਐਂਡ ਕੌਂਸਲ ਨੇ। ਸੋ ਸਾਡਾ ਧਿਆਨ ਕੀ ਹੋਊਗਾ? ਹਰ ਇੱਕ ਜਿਹੜਾ ਟਾਊਨ ਸੈਂਟਰ ਹੈਗਾ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਸੀ, ਅਸੀਂ ਸਾਰੇ ਟਾਊਨ ਸੈਂਟਰਸ ਨੂੰ ਬਰਾਬਰਤਾ ਜਿਹੜਾ ਵਾ ਉਹ ਦੇਵਾਂਗੇ। ਜੀ ਬਿਲਕੁਲ ਜੀ, ਚਾਹੁੰਦੇ ਆ ਸਾਰੇ ਇਸ ਕੀ ਸਰੀ ਦੇ ਵਿੱਚ ਚੇਂਜ ਆਵੇ, ਕਿਉਂਕਿ ਸਰੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਵੱਧ ਰਹੇ ਨੇ, ਕਮਿਊਨਿਟੀ ਵੱਧ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਸਹੂਲਤਾਂ ਦੀ ਲੋੜ ਹੈ, ਸਰਵਿਸਿਜ਼ ਦੀ ਲੋੜ ਹੈ। ਜੇ ਤੁਸੀਂ ਮੇਅਰ ਬਣਦੇ ਆ ਤਾਂ ਜੇ ਤੁਹਾਡੇ ਵਾਅਦੇ ਫੁੱਲਫਿਲ ਹੋਣਗੇ, ਕੀ ਕਹੋਗੇ ਕਿ ਲੋਕ ਕੱਲ ਨੂੰ ਇੱਕ ਦਿਨ ਰਹਿ ਗਿਆ, ਸਾਡੇ ਕੋਲ ਕੁਝ ਘੰਟੇ ਰਹਿ ਗਏ ਨੇ, ਕਿਉਂ ਵੋਟ ਕਰਨ ਤੁਹਾਨੂੰ? ਮੈਂ ਪਹਿਲਾਂ ਵੀ ਦੱਸਿਆ ਸੀ, ਦੇਖੋ ਲੋਕਾਂ ਦਾ ਪਹਿਲਾਂ ਵੀ ਮੈਂ ਪਰਖਿਆ ਹੋਇਆ ਨੁਮਾਇੰਦਾ। ਉਹਦੇ ਵਿੱਚ ਕੀ ਕੀਤਾ ਕਿ ਲੋਕਾਂ ਨੇ ਅੱਜ ਤੱਕ ਐਕਸੈਸਿਬਿਲਿਟੀ ਦੀ ਗੱਲ ਕਰਨਾ, ਇਹ ਤਾਂ ਤੁਹਾਨੂੰ ਹਰੇਕ ਬੰਦਾ ਨੇ, ਮੇਰਾ ਟੈਲੀਫੋਨ 604 626 5000 ਆਮ ਇਨਸਾਨ ਕੋਲ ਹੈਗਾ, ਪਰਸਨਲ ਨੰਬਰ ਆ ਮੇਰਾ, ਕਾਲ ਕਰ ਸਕਦੇ ਆ, ਮੈਸੇਜ ਛੱਡ ਸਕਦੇ ਆ। ਔਰ ਸਾਡੇ ਦਫ਼ਤਰ ਦੇ ਵਿੱਚ ਕੋਈ ਵੀ ਚੱਲ ਕੇ ਆਇਆ ਉਹਨੂੰ ਅਸੀਂ ਐਂਟਰਟੇਨ ਕੀਤਾ। ਆਮ ਸਧਾਰਨ ਬੰਦੇ ਦੀ ਆਵਾਜ਼ ਬਣਿਆ। ਇੰਨੇ ਸਾਲ ਦਾ ਤਜਰਬਾ ਵੀ ਆ, ਪੋਜ਼ਿਟਿਵ ਪ੍ਰੋਫੈਸ਼ਨਲ ਵੀ ਆ, ਜਿੱਥੇ ਕੁਆਲੀਫਿਕੇਸ਼ਨ ਦੀ ਲੋੜ ਆ ਉੱਥੇ ਪ੍ਰੋਫੈਸ਼ਨਲ ਇੰਜੀਨੀਅਰ, ਲੈਂਡ ਸਰਵੇਅਰ ਹੋਣ ਦੇ ਨਾਤੇ, ਜਿੱਥੇ ਪੋਲੀਟੀਕਲ ਐਕਸਪੀਰੀਅੰਸ ਦੀ ਉਹ ਵੀ, ਜਿੱਥੇ ਐਕਸੈਸਿਬਿਲਿਟੀ ਵੀ ਹੈਗੀ। ਤੇ ਚੌਥੀ ਮੈਂ ਤੁਹਾਨੂੰ ਦੱਸਿਆ ਵੀ ਸਾਡੀ ਟੀਮ ਵੀ ਜਿਹੜੀ ਆ ਉਹ ਬੜੀ ਸਟਰੋਂਗ ਤੇ ਡਾਈਵਰਸ ਆ। ਸਰੀ ਦਾ ਫੇਸ ਰਿਪਰੈਜ਼ੈਂਟ ਕਰਦੀ। ਤੁਸੀਂ ਦੇਖੋ 5 ਔਰਤਾਂ 4 ਮਰਦ ਨੇ ਉਹਦੇ ਵਿੱਚ, ਠੀਕ ਹੈ ਨਾ। ਔਰ ਔਰਤਾਂ ਦੇ ਵਿੱਚ ਵੀ ਦੇਖੋ ਬੜੀ ਡਾਈਵਰਸਿਟੀ ਹੈਗੀ ਉਹਦੇ ਵਿੱਚ। ਮੁਸਲਿਮ ਪ੍ਰੈਕਟਿਸਿੰਗ ਫੀਮੇਲ ਵੀ ਹੈਗੀ ਆ ਸਾਡੀ ਜਿਹੜੀ ਹੈਗੀਆਂ ਨੇ, ਤੇ ਤੁਸੀਂ ਚਾਈਨੀਜ਼ ਜਿਹੜੀ ਏਸ਼ੀਅਨ ਭਾਈਚਾਰੇ ਤੋਂ ਵੀ ਬਾਕੀ ਜੋ ਖੜੇ ਆ। ਸੋ ਇਹ ਜਿਹੜੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ, ਜੇ ਲੋਕ ਚਾਹੁੰਦੇ ਨੇ ਵੀ ਸਾਡਾ ਵਧੀਆ ਮੇਅਰ ਜਿਹੜਾ ਆਮ ਸਧਾਰਨ ਬੰਦੇ ਦੀ ਆਵਾਜ਼ ਹੋਵੇ, ਔਰ ਕੌਂਸਲ ਜਿਹੜੀ ਆਮ ਸਧਾਰਨ ਬੰਦੇ ਦੀ ਆਵਾਜ਼ ਹੋਵੇ, ਤੇ ਇਹ ਜਿਹੜਾ ਮਾਫੀਆ ਇਹਦੇ ਕੋਲੋਂ ਆਜ਼ਾਦ ਕਰਾ ਕੇ ਸਿਟੀ ਹਾਲ ਜਿਹੜਾ ਲੈਂਡ ਮਾਫੀਆ ਕੋਲੋਂ ਆਮ ਸਧਾਰਨ ਇਨਸਾਨ ਦੇ ਹੱਥ 'ਚ ਲਿਆਉਣਾ, ਤਾਂ ਕੱਲ੍ਹ ਨੂੰ ਜਾਂ 15 ਤਰੀਕ ਜਿਹੜੀ ਹੈਗੀ ਅਕਤੂਬਰ ਦੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤਾਈਂ ਵੋਟ ਜ਼ਰੂਰ ਪਾਓ। ਇਹ ਬਹੁਤ ਜ਼ਰੂਰੀ ਆ। ਜੇ ਵੋਟ ਤੁਸੀਂ ਪਾਉਂਦੇ ਹੋ ਤਾਂ ਵੋਟ ਦਾ ਹੱਕ ਬੜਾ ਔਖਾ ਮਿਲਿਆ। ਔਰ ਉਹਦੇ ਵਿੱਚ ਵੋਟ ਮੈਂ ਇਹ ਕਹਿਣਾ ਵੀ ਮੇਰਲ ਕੈਂਡੀਡੇਟ ਸੁਖ ਧਾਲੀਵਾਲੇ ਤਾਂ ਬੜਾ ਈਜ਼ੀ ਆ ਲੱਭਣਾ ਉਹਨਾਂ 'ਚੋਂ, ਪਰ ਜਦੋਂ ਕੌਂਸਲ ਲੱਭਣੇ ਆ ਉਹਨਾਂ ਦੇ ਥੱਲੇ ਲਿਖਿਆ ਹੋਊਗਾ 8 ਕੌਂਸਲ ਮੈਂਬਰ ਨੇ, 3 ਇੱਕ ਲਾਈਨ 'ਚ ਨੇ, 5 ਇੱਕ ਲਾਈਨ 'ਚ ਨੇ। ਉਹਦੇ ਵਿੱਚ ਥੱਲੇ ਲਿਖਿਆ ਹੈ ਯੂਨਾਈਟਿਡ ਸਰੀ। ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤਾਂ ਉਹ ਪੋਲਿੰਗ ਕਲਰਕ ਨੂੰ ਪੁੱਛ ਸਕਦੇ ਆ, ਉਹਨਾਂ ਦੀ ਹੈਲਪ ਕਰ ਸਕਦਾ। ਨਹੀਂ ਤਾਂ ਤੁਸੀਂ ਆਪਦੇ ਰਿਸ਼ਤੇਦਾਰ, ਦੋਸਤ ਮਿੱਤਰ ਜਾਂ ਭੈਣ ਭਰਾ, ਉਹ ਵੀ ਤੁਹਾਡੀ ਮਦਦ ਕਰ ਸਕਦਾ। ਪਰ ਵੋਟ ਜ਼ਰੂਰ ਪਾਓ। 8 ਕਾਉਂਸਲਰ
ਇੱਕ ਮੇਅਰ ਜਿਹੜਾ ਹੈਗਾ ਉਹਨੂੰ ਮੈਂ ਰਿਕਮੈਂਡ ਕਰਦਾ, ਉਹਦੇ ਵਿੱਚ ਦਾਸ ਸੁਖ ਧਾਲੀਵਾਲ। ਤੇ ਜੇ ਇਨਫੋਰਮੇਸ਼ਨ ਚਾਹੀਦੀ ਆ, ਨੰਬਰ 604-626 5000, 604 626 5000। ਫਿਰ ਇੱਕ ਵਾਰ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਸ਼ਰੀਫ, ਕਿਉਂਕਿ ਤੁਸੀਂ ਹਮੇਸ਼ਾ ਸਾਂਝਾ ਟੀਵੀ ਨੇ ਬਹੁਤ ਕੰਸਟਰਕਟਿਵ ਰੋਲ ਅਦਾ ਕੀਤਾ, ਚਾਹੇ ਉਹ ਕੋਵਿਡ ਸੀ ਚਾਹੇ ਪੋਸਟ ਕੋਵਿਡ ਸੀ। ਮੈਂ ਦਾਅਵੇ ਨਾਲ ਕਹਿ ਸਕਦਾ ਵੀ ਕਦੇ ਵੀ ਜਿਹੜਾ ਹੈਗਾ ਇਹ ਮਹਿਸੂਸ ਨਹੀਂ ਹੋਇਆ ਕਿ ਮੀਡੀਆ ਨੇ ਬੁਲਿੰਗ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਐਂਡ ਯੂ ਆਲਵੇਜ਼ ਬਿਨ ਸੋ ਪ੍ਰੋਫੈਸ਼ਨਲ। ਥੈਂਕ ਯੂ ਤੁਹਾਡਾ, ਬਿੱਲਾ ਭਾਈ ਦਾ, ਤੀਰਥ ਦਾ, ਤੁਹਾਡੀ ਸਾਰੀ ਜਿਹੜੀ ਸਾਂਝਾ ਟੀਵੀ ਦੀ ਟੀਮ ਦਾ, ਔਰ ਤੁਹਾਡੇ ਦਰਸ਼ਕਾਂ ਦਾ ਵੀ ਜਿਨ੍ਹਾਂ ਨੇ ਸਾਨੂੰ ਇਹ ਸੁਣਿਆ। ਤੇ ਕੱਲ ਨੂੰ ਹੋਪਫੁਲੀ 8 ਵਜੇ ਜਿਹੜਾ ਹੈਗਾ ਉਹ ਫੈਸਲਾ ਉਸ ਤੋਂ ਬਾਅਦ ਆ ਜਾਣਾ, ਤੇ ਹੋਪਫੁਲੀ ਜਿਹੜੀ ਹਿਸਟਰੀ ਜਿਹੜੀ ਹੈਗੀ ਆ ਉਹ ਰਚੂਗੇ। ਤੇ ਕੱਲ ਨੂੰ ਜਿਹੜਾ ਹੈਗਾ ਇਲੈਕਸ਼ਨ ਡੇ ਤੇ ਬਾਅਦ ਅਸੀਂ ਗ੍ਰੈਂਡ ਤਾਜ ਦੇ ਵਿੱਚ 83 84 ਤੇ 128 ਤੇ ਸਥਿਤ ਹੈਗਾ, ਉੱਥੇ ਹੋਵਾਂਗੇ। ਤੇ ਜੇ ਕਿਸੇ ਨੇ ਦਿਨੇ ਆਉਣਾ ਹੈਗਾ ਤੇ ਸਾਡਾ ਆਫਿਸ ਜਿਹੜਾ 8173 128 ਤੇ 81 ਤੇ 128 ਦੇ ਉੱਤੇ ਹੈਗਾ, ਆ ਕੇ ਇਨਫੋਰਮੇਸ਼ਨ ਲੈ ਸਕਦੇ ਜੀ। ਥੈਂਕ ਯੂ ਜੀ, ਥੈਂਕ ਯੂ, ਗੁੱਡ ਲੱਕ ਫॉर द ਇਲੈਕਸ਼ਨਸ, ਕੀਪ ਅਪ ਦ ਗੁੱਡ ਵਰਕ। ਮਿਹਰਬਾਨੀ ਜੀ। ਸੋ ਯੂਨਾਈਟਿਡ ਸਰੀ ਤੋਂ ਜਿਹੜੇ ਹੈਗੇ ਨੇ ਮੇਅਰ ਕੈਂਡੀਡੇਟ ਸੁਖ ਧਾਲੀਵਾਲ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਸੀਗੇ। ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਦੀ, ਨਿਰਪੱਖ ਇਨਫੋਰਮੇਸ਼ਨ ਪਹੁੰਚਾਉਣ ਦੀ, ਕਿ ਇਸ਼ੂ ਕਿਹੜੇ ਨੇ, ਕੈਂਡੀਡੇਟ ਕੀ ਸੋਚਦੇ ਨੇ ਤੇ ਕੀ ਕਰਨਗੇ ਸਰੀ ਦੇ ਲਈ। ਬਾਕੀ ਫੈਸਲਾ ਤੁਹਾਡੇ ਹੱਥ ਦੇ ਵਿੱਚ ਆ। ਤੁਸੀਂ ਘਰੋਂ ਨਿਕਲੋ, ਵੋਟ ਜ਼ਰੂਰ ਪਾਓ। ਵੋਟ ਜਿੰਨੀਆਂ ਵੀ ਵੋਟਾਂ ਹੈਗੀਆਂ, ਜੇ ਕੋਈ ਬਜ਼ੁਰਗ ਹੈ ਜਾਂ ਤੁਸੀਂ ਕੋਈ ਨਵੀਂ ਵੋਟ ਬਣੀ ਹੈ, ਕੋਈ ਪਹਿਲੀ ਵਾਰੀ ਵੋਟ ਪਾ ਰਿਹਾ, ਜ਼ਰੂਰ ਵੋਟ ਪਾਓ, ਇਨਫੋਰਮੇਸ਼ਨ ਇਕੱਠੀ ਕਰਕੇ ਵੋਟ ਪਾਓ। ਸੋ ਇਹ ਨਾ ਹੋਵੇ ਕਿ ਅਸੀਂ ਕੱਲ ਨੂੰ ਪਛਤਾਈਏ ਕਿ ਅਸੀਂ ਕਿਹਨੂੰ ਚੁਣ ਲਿਆ। ਸੋ ਸੱਚਮੁੱਚ ਇਹ ਬੜਾ ਵੱਡਾ ਦਿਨ ਹੋਣਾ ਆ, ਖਾਸ ਕਰਕੇ ਸਰੀ ਦੇ ਲਈ, ਕਿਉਂਕਿ ਜਦੋਂ ਵੀ ਅਸੀਂ ਟੀਵੀ ਦੇ ਉੱਤੇ ਗੱਲ ਕਰਦੇ ਹਾਂ ਤੇ ਸਿਰਫ ਸਰੀ ਦੇ ਵਿੱਚ ਨਹੀਂ, ਅਸੀਂ ਬਾਕੀ ਸਾਰੇ BC ਦੇ ਵਿੱਚ ਵੀ ਦੇਖ ਰਹੇ ਹਾਂ ਕਿ ਉੱਥੇ ਵੀ ਇਲੈਕਸ਼ਨਸ ਹੈਗੀਆਂ ਨੇ। ਪਰ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਵੋਟ ਪਾਓ। ਜੇ ਤੁਸੀਂ ਸਰੀ ਦੇ ਵਿੱਚ ਰਹਿੰਦੇ ਹੋ ਤਾਂ ਜ਼ਰੂਰ ਵੋਟ ਪਾਓ। ਅਸੀਂ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਲਾਈਵ ਤੁਹਾਡੇ ਤੱਕ ਇਨਫੋਰਮੇਸ਼ਨ ਲੈ ਕੇ ਆਈਏ ਕਿ ਕੌਣ ਜਿੱਤਿਆ, ਕਿਹਨੂੰ ਕਿੰਨੀਆਂ ਵੋਟਾਂ ਪਈਆਂ, ਸਾਰਾ ਹਾਲ ਤੁਹਾਨੂੰ ਲਾਈਵ ਕਵਰੇਜ ਦੇ ਥਰੂ ਦਿਖਾਵਾਂਗੇ। ਅਸੀਂ ਜਿੱਥੇ ਜਿੱਥੇ ਵੀ ਮੇਅਰ ਕੈਂਡੀਡੇਟ ਹੋਣਗੇ ਉੱਥੇ ਸਾਡੀ ਟੀਮ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਾਂਗੇ, ਪਰ ਵੋਟ ਪਾਉਣ ਜ਼ਰੂਰ ਨਿਕਲਿਓ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ।